ਰਾ ਪੱਗ ਪੁੰਨ ਪੁੰਨ ਸੀਸਾ ਪੱਗ ਪੁੰਨ ਪੁੰਨ ਸੀਸਾ ਬੰਦੋਂ ਜੀ ਬਾਰ ਬਾਰ ਜਗਦੀਸ਼ਾ ਜਾਂ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਧੰਨ ਸ਼੍ਰੀ ਗੁਰੂ ਗ੍ਰੰਥ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਬਹੁ ਬੋਲਤ ਸੇ ਗੁਣੀ ਕਹਾਵੈ ਸਾਚ ਕਹੈ ਤਿਸ ਸਠ ਠਹਿਰਾਵੈ। ਗੁਨੀਆਂ ਨਕੀਰ ਨਿਰਾਦਰ ਹੋਊ ਭੂਪ ਨਿਕਟ ਬੈਠੇ ਸਠ ਜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ। ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਬਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਰ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਜੀ ਦੂਸਰੀ ਉਦਾਸੀ ਤੇ ਜੋ ਸਨਾਤਨ ਮਤ ਦੇ ਧਰਮ ਸਥਾਨ ਨੇ, ਤੀਰਥ ਅਸਥਾਨ ਨੇ, ਉਸ ਪਾਸੇ ਸਤਿਗੁਰੂ ਚੱਲੇ ਨੇ। ਬੜੇ ਸਾਰੇ ਤੀਰਥ ਅਸਥਾਨਾਂ ਤੋਂ ਹੁੰਦਿਆਂ ਜਗਨਨਾਥਪੁਰੀ ਅਤੇ ਫਿਰ ਜਗਨਨਾਥਪੁਰੀ ਤੋਂ ਵੀ ਅੱਗੇ ਸਮੁੰਦਰ ਦੇ ਕਿਨਾਰੇ ਕਿਨਾਰੇ ਚੱਲੇ।
ਫਿਰ ਇੱਕ ਬੜੇ ਵੱਡੇ ਜੰਗਲ ਵਿੱਚ ਪਹੁੰਚਦੇ ਨੇ, ਜਿੱਥੇ ਕਦੇ ਹਨੇਰੀ ਆਉਂਦੀ ਹੈ, ਕਦੇ ਝੱਖੜ ਆਉਂਦੇ ਨੇ, ਕਦੇ ਕੋਈ ਦੇਵ ਪ੍ਰੇਤ ਆਤਮਾ ਆਉਂਦੀ ਹੈ। ਫਿਰ ਉੱਥੇ ਕਾਲੀਆਂ ਘਟਾਵਾਂ ਬੱਦਲ ਆਉਂਦੇ ਨੇ, ਗੜਿਆਂ ਦੀ ਵਰਖਾ ਹੁੰਦੀ ਹੈ। ਫਿਰ ਉੱਥੇ ਅਜੀਬ ਜਿਹੀ ਇੱਕ ਮਨੁੱਖੀ ਜਾਮੇ ਵਿੱਚ ਆਪਣੀ ਸ਼ਕਲ ਬਣਾ ਕੇ ਇੱਕ ਵਿਅਕਤੀ ਆਉਂਦਾ ਹੈ। ਉਹ ਆ ਕੇ ਕਹਿੰਦਾ ਹੈ ਜੀ ਮੇਰਾ ਨਾਂ ਕਲਯੁਗ ਹੈ। ਉਹ ਅਸੀਂ ਕਥਾ ਸੁਣ ਲਈ ਹੈ ਕਿ ਫਿਰ ਉਹਨੇ ਆਪਣੇ ਲੱਛਣ ਵੀ ਦੱਸੇ, ਜਿਹੜਾ ਰੂਪ ਬਣਾ ਕੇ ਆਇਆ ਸੀ ਉਹਦਾ ਕਾਰਨ ਵੀ ਦੱਸਿਆ, ਕਿਉਂਕਿ ਸਵਾਂਗ ਇੱਦਾਂ ਹੀ ਹੁੰਦੇ ਨੇ। ਵੇਖੋ, ਨਾਟਕ ਹੋਵੇ, ਕੋਈ ਮੰਚ ਦਾ ਸ਼ੋਅ ਹੋਵੇ, ਉਹਦੇ ਵਿੱਚ ਜਿਹੜੇ ਐਕਟਰ ਲੋਕ ਹੁੰਦੇ ਨੇ ਉਹਨਾਂ ਦੀ ਗੁਣਵੰਤਾ ਇਹ ਹੁੰਦੀ ਹੈ ਕਿ ਕੀ ਉਹ ਵਾਕਈ ਉਸ ਕਰੈਕਟਰ ਨੂੰ, ਐਕਟਰ ਨੇ ਇੱਕ ਕਰੈਕਟਰ ਜਿਹੜਾ ਹੈ ਉਹ ਫਿਲਮਾਉਣਾ ਹੁੰਦਾ ਹੈ। ਕਿਸੇ ਵਿਅਕਤੀ ਦੀ ਉਸਨੇ ਐਕਟਿੰਗ ਕਰਨੀ ਹੁੰਦੀ ਹੈ। ਉਹ ਜਿੰਨੀ ਰਿਐਲਿਟੀ ਦੇ ਨੇੜੇ ਚਲਾ ਜਾਏ ਉੱਡਾ ਹੀ ਵੱਡਾ ਐਕਟਰ ਮੰਨ ਲਿਆ ਜਾਂਦਾ ਹੈ। ਹੁਣ ਡਾਕੂ ਬਣੇ ਤੇ ਡਾਕੂਆਂ ਵਰਗਾ ਲੱਗੇ ਹੀ ਨਾ ਤੇ ਕਾਹਦੀ ਐਕਟਿੰਗ ਹੈ। ਭਿਖਾਰੀ ਬਣੇ ਤੇ ਭਿਖਾਰੀਆਂ ਵਰਗਾ ਲੱਗੇ ਹੀ ਨਾ। ਇਸੇ ਕਰਕੇ ਤੁਸੀਂ ਵੇਖਿਆ ਹੋਏਗਾ ਚੰਗੇ ਰੋਲ ਕਰਨ ਵਾਲਿਆਂ ਨੂੰ ਵੀ ਬੜਾ ਥਾਂ ਮਿਲਿਆ, ਮਾੜੇ ਰੋਲ ਕਰਨ ਵਾਲਿਆਂ ਨੂੰ ਵੀ ਬੜਾ ਥਾਂ ਮਿਲਿਆ, ਕਿਉਂਕਿ ਉਹ ਉੱਦਾਂ ਦੀ ਐਕਟਿੰਗ ਦੇ ਵਿੱਚ ਪ੍ਰਵਾਨ ਚੜ੍ਹ ਗਏ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਕਲਯੁਗ ਸੀ ਉਹ ਬੜਾ ਇੱਕ ਅਜੀਬ ਰੂਪ ਬਣਾ ਕੇ ਆਇਆ। ਸਤਿਗੁਰਾਂ ਕਿਹਾ ਇਹ ਕੀ? ਕਹਿਣ ਲੱਗਾ ਜੀ ਇਹ ਬਸ ਇਹੀ ਕਲਯੁਗ ਦੀ ਨਿਸ਼ਾਨੀ ਹੈ। ਕਲਯੁਗ ਦੇ ਬੰਦੇ ਦੀ ਨਿਸ਼ਾਨੀ ਇਹ ਹੋਏਗੀ ਕਿ ਉਹਦੇ ਇੱਕ ਹੱਥ ਤੇ ਜੀਭਾ ਹੋਏਗੀ, ਦੂਜੇ ਤੇ ਇੰਦਰੀ ਹੋਏਗੀ। ਖਾਣ ਪੀਣ ਐਸ਼ਵਰਜ ਤੋਂ ਬਿਨਾ ਉਹਦਾ ਨਾ ਕੋਈ ਧਰਮ ਹੋਏਗਾ, ਨਾ ਦੀਨ, ਨਾ ਕੋਈ ਮਜ਼ਹਬ, ਨਾ ਉਹਦੀ ਕੋਈ ਰਿਸ਼ਤੇਦਾਰੀ, ਨਾ ਉਹਦਾ ਕੋਈ ਸਮਾਜ, ਨਾ ਉਹਦਾ ਕੋਈ ਭੈਣ ਭਰਾ। ਅੱਜ ਇਹੀ ਕੁਝ ਹੋ ਰਿਹਾ। ਫਿਰ ਕਲਯੁਗ ਨੇ ਬੜੀਆਂ ਬੇਨਤੀਆਂ ਕੀਤੀਆਂ, ਮਹਾਰਾਜ ਕੋਈ ਮੇਰੇ ਤੋਂ ਭੇਟਾ ਲੈ ਲਓ। ਜਦੋਂ ਸਤਿਗੁਰਾਂ ਨੇ ਕੁਛ ਵੀ ਪ੍ਰਵਾਨ ਨਹੀਂ ਕੀਤਾ ਤਾਂ ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ ਕਿ ਜੇ ਤੂੰ ਸਾਨੂੰ ਕੁਝ ਭੇਟਾ ਕਰਨਾ ਹੀ ਚਾਹੁੰਦਾ ਹੈ ਤਾਂ ਫਿਰ ਤੈਨੂੰ ਸਾਡੀ ਗੱਲ ਮੰਨਣੀ ਹੋਏਗੀ। ਭੇਟ ਦੇਨ ਕੀ ਚਾਹਾ ਜੇ ਤੋਹੀ, ਇਸ ਪ੍ਰਕਾਰ ਕੀ ਦੀਜੈ ਮੋਹੀ। ਜੇ ਸਿੱਖ ਹੈ ਮੇਰੇ ਹਿਤਕਾਰੀ, ਤਿਨ ਪਰ ਸੈਣ ਨਾ ਜਾਏ ਤੁਮਾਰੀ। ਜਿਹੜੇ ਮੇਰੇ ਸਿੱਖ ਹੋਣ ਉਹਨਾਂ ਤੇ ਤੇਰੀ ਫੌਜ ਨੂੰ ਚੜ੍ਹਾਈ ਨਹੀਂ ਕਰਨੀ ਹੋਏਗੀ। ਕਲਯੁਗ ਨੇ ਆਪਣੀ ਫੌਜ ਵੀ ਦੱਸੀ ਸੀ, ਹਿੰਸਾ, ਨਿੰਦਿਆ, ਕ੍ਰੋਧ, ਕਪਟ, ਹੰਕਾਰ, ਲੋਭ, ਮੋਹ। ਉਹ ਕਹਿੰਦੇ ਜੀ ਸਾਰੀ ਮੇਰੀ ਫੌਜ ਹੈ। ਲਾਲਚ, ਵਿਸ਼ੇ, ਕਹਿੰਦਾ ਸਭ ਮੇਰੀ ਸੈਨਾ ਹੈ। ਔਰ ਕੋਈ ਨਾ ਕੋਈ ਪ੍ਰਭਾਵ ਹਰ ਆਦਮੀ ਕਬੂਲਦਾ ਹੈ। ਹੁਣ ਅੱਗੇ ਕਥਾ ਆਏਗੀ, ਅੱਜ ਦੀ ਕਥਾ ਵਿੱਚ ਕੌਣ ਬਚਿਆ ਹੈ? ਕੋਈ ਨਹੀਂ ਬਚਿਆ।
ਸਤਿਗੁਰੂ ਦੀ ਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਕਿ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ, ਹਮ ਕਹੀਅਤ ਹੈ ਕਲਯੁਗ ਕੇ ਕਾਮੀ। ਉਹ ਦੁਨੀਆ ਦੇ ਲੋਕੋ, ਤੁਸੀਂ ਇਹਨਾਂ ਬੰਦਿਆਂ ਨੂੰ ਜਗਤ ਗੁਰੂ ਕਹਿੰਦੇ ਹੋ, ਸੁਆਮੀ ਕਹਿੰਦੇ ਹੋ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਤੇ ਕਲਯੁਗ ਦੇ ਕਾਮੀ ਨੇ। ਹੁਣ ਕਾਮੀ ਦੇ ਦੋ ਅਰਥ ਨੇ। ਇੱਕ ਕਾਮੀ ਦਾ ਅਰਥ ਹੁੰਦਾ ਜਿਹੜਾ ਇਸਤਰੀਆਂ ਦੇ ਵਿਸ਼ੇ ਵਿਕਾਰਾਂ ਵਿੱਚ ਪ੍ਰਵਿਰਤ, ਉਹਨੂੰ ਅਸੀਂ ਕਾਮੀ ਕ੍ਰੋਧੀ ਕਹਿੰਦੇ ਆ। ਇੱਕ ਕਾਮੀ ਦੇ ਅਰਥ ਜਿਹੜੇ ਨੇ ਉਹ ਵਾਸ਼ਨਾਵਾਂ ਤੋਂ ਨੇ, ਕਾਮਨਾਵਾਂ ਤੋਂ ਨੇ, ਫੁਰਨਿਆਂ ਤੋਂ ਨੇ, ਇਛਾਵਾਂ ਤੋਂ ਨੇ। ਇਹ ਕਾਮੀ ਉਹ ਨੇ ਜਿਨ੍ਹਾਂ ਲਈ ਆਪਾਂ ਕਹਿ ਸਕਦੇ ਹਾਂ ਵੀ ਇਹਦੀਆਂ ਕਾਮਨਾ ਕੌਣ ਪੂਰੀਆਂ ਕਰ ਸਕਦਾ ਹੈ। ਇਹਨੂੰ ਇੱਕ ਚੀਜ਼ ਦਿਓਗੇ, ਇਹਨੇ ਹੋਰ ਕਾਮਨਾ ਕਰ ਲੈਣੀ ਹੈ, ਇਹਨੇ ਕਹਿਣਾ ਹੋਰ ਦੇ ਦਿਓ ਜੀ। ਸਤਿਗੁਰੂ ਕਹਿੰਦੇ ਕਲਯੁਗ ਕੇ ਕਾਮੀ ਨੇ, ਇਹਨਾਂ ਦੀ ਸੀਮਾ ਹੀ ਕੋਈ ਨਹੀਂ ਹੈ। ਜਿੰਨਾ ਵੱਧ ਦੇਈ ਜਾਓਗੇ ਉਹਨੇ ਖਿਲਰਦੇ ਤੁਰੇ ਜਾਣਗੇ। ਸਤਿਗੁਰੂ ਨੇ ਆਖਿਆ ਭਾਈ ਤੂੰ ਇਹ ਕੰਮ ਨਹੀਂ ਕਰਨਾ। ਕਲਯੁਗ ਬੋਲਿਓ ਦਵੈ ਕਰ ਜੋਰੇ, ਕਹੋ ਪ੍ਰਭੂ ਤਵ ਚਰਨ ਨਿਹੋਰੇ। ਆਇਸ ਮੈਂ ਤੁਮਰੀ ਸਿਰ ਧਰਨੀ, ਅਸ ਨੈ ਗਮਤਾ ਮੋਰਨ ਕਰਨੀ। ਕਹਿਣ ਲੱਗਾ ਜੀ ਮੈਂ ਤੁਹਾਡਾ ਹੁਕਮ ਮੰਨਿਆ, ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ। ਹਾਂਜੀ। ਏਕੰਕਾਰ ਆਇਸ ਮੁਝੈ, ਸੋ ਤੁਮ ਕਹੋ ਸੁਨਾਏ। ਪਰ ਮੈਂ ਤੁਹਾਨੂੰ ਦੱਸ ਦਿੰਨਾ ਅੱਗੇ ਤੋਂ ਕੀ ਕਰਾਂਗਾ, ਜੋ ਤੁਸੀਂ ਕਹੋਗੇ। ਪਹਿਲਾਂ ਕੀ ਕਰਦਾ ਸੀ ਉਹ ਵੀ ਦੱਸ ਦੇਣਾ, ਕਿਉਂ ਕਰਦਾ ਸੀ ਉਹ ਵੀ ਦੱਸ ਦੇਣਾ। ਕਹਿੰਦਾ ਰੱਬ ਨੇ ਮੇਰੀ ਡਿਊਟੀ ਇਹ ਲਾਈ ਸੀ, ਇਹ ਡਿਊਟੀ ਮੇਰੀ ਰੱਬ ਨੇ ਲਾਈ ਸੀ ਕਿ ਤੂੰ ਇਸ ਤਰ੍ਹਾਂ ਦੁਨੀਆ ਦੇ ਵਿੱਚ ਜਾ ਕੇ ਵਿਚਰਨਾ ਹੈ ਔਰ ਵਰਤਣਾ ਹੈ। ਸ਼ਬਦ ਹੈ ਏਕੰਕਾਰ ਆਇਸ ਮੁਝੈ, ਸੋ ਤੁਮ ਕਹੋ ਸੁਣਾਏ। ਜਿਹੜੀ ਏਕੰਕਾਰ ਦੀ ਆਗਿਆ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਰੱਬ ਨੇ ਕੀ ਆਦੇਸ਼ ਕੀਤਾ ਸੀ ਵੀ ਕਲਯੁਗ ਤੂੰ ਇਹ ਕੰਮ ਕਰਨੇ ਨੇ ਜਾ ਕੇ ਧਰਤੀ ਤੇ। ਹਾਂਜੀ। ਬੁੱਧ ਸਬਨ ਵਿਪਰੀਤ ਕਰ, ਦੇਹੋ ਕੋ ਕਰਮ ਚਲਾਏ। ਮੇਰਾ ਕੰਮ ਹੈ ਲੋਕਾਂ ਦੀ ਬੁੱਧੀ ਨੂੰ ਪੁੱਠਾ ਕਰਨਾ, ਉਲਟਾ ਕਰ ਦੇਣਾ, ਚੰਗੀ ਮੱਤ ਨੂੰ ਉਲਟਾ ਕਰ ਦੇਣਾ, ਚੰਗੀ ਸੋਚ ਨੂੰ ਉਲਟਾ ਕਰ ਦੇਣਾ। ਅੱਜ ਹੋਏ ਹੀ ਕੁਛ ਰਿਹਾ। ਵੇਖੋ ਜਿਹੜੇ ਕੰਮ ਤੁਸੀਂ ਬੰਦੇ ਨੂੰ ਕਰਨ ਵਾਸਤੇ ਕਹੋਗੇ 99% ਨਹੀਂ ਕਰੇਗਾ। ਜਿਹੜੇ ਕੰਮ ਕਰਨ ਤੋਂ ਰੋਕੋਗੇ ਉਹ 101% ਕਰੇਗਾ। ਜਿਹੜੀ ਗੱਲ ਤੋਂ ਤੁਸੀਂ ਬੰਦੇ ਨੂੰ ਕਹੋ ਕਿ ਭਾਈ ਤੂੰ ਆਹ ਕੰਮ ਨਹੀਂ ਕਰਨਾ, ਇਹ ਜ਼ਰੂਰ ਕਰੇਗਾ। ਆਪਣੀ ਜ਼ਿੰਦਗੀ 'ਚ ਵੇਖ ਲਿਓ, ਸਾਡੇ ਚੋਂ 100 ਚੋਂ ਇੱਕ ਬੱਚਾ ਹੋਏਗਾ ਵੀ ਮਾਂ ਪਿਓ ਨੇ ਕਿਹਾ ਵੀ ਪੁੱਤ ਇਸ ਕਮਰੇ 'ਚ ਤੂੰ ਨਹੀਂ ਜਾਣਾ। 100 ਚੋਂ ਇੱਕ ਬੱਚਾ ਹੋਏਗਾ ਜਿਹੜਾ ਕਹੇਗਾ ਨਹੀਂ ਮੇਰੇ ਪਿਤਾ ਜੀ ਨੇ ਕਿਹਾ ਸੀ ਮੈਂ ਨਹੀਂ ਜਾਣਾ। ਪਰ 100 ਚੋਂ 99 ਬੱਚੇ ਹੋਣਗੇ ਉਹ ਕਹਿਣਗੇ ਵੀ ਜ਼ਰੂਰ ਜਾਣਾ ਹੈ, ਵੇਖਣਾ ਹੈ। ਕੋਈ ਖਾਸ ਗੱਲ ਹੋਣੀ ਜਿਹੜੀ ਬਾਪੂ ਨੇ ਮਨਾ ਕੀਤਾ ਹੈ। ਕਲਯੁਗ ਕਹਿੰਦਾ ਮੇਰੀ ਡਿਊਟੀ ਇਹ ਲੱਗੀ ਹੈ ਕਿ ਸਭ ਬੰਦਿਆਂ ਦੀ ਜਿਹੜੀ ਅਕਲ ਹੈ, ਮੱਤ ਹੈ, ਬੁੱਧੀ ਉਹ ਕਮਾਉਣੀ ਹੈ। ਤੇ ਕਰਾਉਣੇ ਕੀ ਨੇ? ਮਾੜੇ ਕਰਮ ਕਰਾਉਣੇ ਨੇ। ਅੱਜ ਤੁਸੀਂ ਵੇਖੋ ਚੰਗੀ ਪੜ੍ਹਾਈ ਦੀ ਟਿਊਸ਼ਨ ਹੈ, ਚੰਗੇ ਕੰਮਾਂ ਦੀ ਟ੍ਰੇਨਿੰਗ ਹੈ, ਪਰ ਦੁਨੀਆ ਸਾਰੀ ਮਾੜੇ ਕੰਮ ਕਰਦੀ। ਪੁੱਛੋ ਟ੍ਰੇਨਿੰਗ ਕਿੱਥੋਂ ਲਈ ਹੈ? ਕੋਈ ਦਿੰਦਾ ਟ੍ਰੇਨਿੰਗ? ਕਦੇ ਸੁਣੀ ਤੁਸੀਂ ਕਿਤੇ ਵੀ ਗਾਲਾਂ ਕੱਢਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ, ਲੜਾਈ ਝਗੜੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ?
ਪਿਆਰ ਸਿਖਾਇਆ ਜਾਂਦਾ ਹੈ, ਸੇਵਾ ਸਿਖਾਈ ਜਾਂਦੀ ਹੈ। ਲੁੱਟ ਖਸੁੱਟ ਕੋਈ ਨਹੀਂ ਸਿਖਾਉਂਦਾ, ਸਭ ਨੂੰ ਆਪੇ ਹੀ ਆ ਜਾਂਦੀ, ਪਤਾ ਨਹੀਂ ਕਿਵੇਂ ਆਉਂਦੀ, ਕਿੱਥੋਂ ਆਉਂਦੀ ਹੈ। ਕਲਯੁਗ ਕਹਿੰਦਾ ਜੀ ਮੇਰੀ ਡਿਊਟੀ ਹੈ ਕਿ ਲੋਕਾਂ ਨੂੰ ਕੁਕਰਮ ਕਰਨ ਵਾਸਤੇ ਲਾਉਣਾ, ਵੀ ਮਾੜੇ ਕੰਮ ਕਰੋ ਭਾਈ। ਹੁਣ ਤੁਸੀਂ ਵੇਖੋ, ਅੰਮ੍ਰਿਤ ਹੈ, ਕੋਈ ਫ੍ਰੀ ਛਕਣ ਲਈ ਤਿਆਰ ਨਹੀਂ ਹੈ, ਹਾਲਾਂਕਿ ਮਗਰ ਇੱਕ ਐਡ ਆਉਂਦੀ ਹੈ, ਅੰਮ੍ਰਿਤ ਛਕੋ ਜੀ, ਕਛਹਿਰਾ ਵੀ ਦਿਆਂਗੇ ਜੀ, ਕਿਰਪਾਨ ਵੀ ਦਿਆਂਗੇ ਜੀ, ਕੰਘਾ ਕੜਾ ਵੀ ਦਿਆਂਗੇ ਜੀ, ਹਜੂਰ ਸਾਹਿਬ ਦੀ ਯਾਤਰਾ ਵੀ ਕਰਾਵਾਂਗੇ ਜੀ। ਕੋਈ ਛਕਣ ਨੂੰ ਤਿਆਰ ਨਹੀਂ। ਸ਼ਰਾਬ ਮਿਲਦੀ ਵੀ ਮੁੱਲ ਹੈ, ਫਿਰ ਉਹਦੇ ਉੱਤੇ ਲਿਖਿਆ ਵੀ ਹੈ ਵੀ ਸਿਹਤ ਲਈ ਪੀਣੀ ਹਾਨੀਕਾਰਕ ਹੈ। ਪੀਵਾਂਗੇ ਵੀ ਮੁੱਲ ਖਰੀਦ ਕੇ ਤੇ ਪੀਵਾਂਗੇ ਵੀ ਰੋਜ਼। ਕਲਯੁਗ ਕਹਿੰਦਾ ਮੇਰੀ ਡਿਊਟੀ ਇਹ ਹੈ, ਪੁੱਠੇ ਕੰਮ ਕਰਾਉਣੇ ਲੋਕਾਂ ਤੋਂ, ਉਲਟੇ ਕੰਮ। ਹਾਂਜੀ। ਚੋਰੀ ਜਾਰੀ ਨਿੰਦਾ ਕੂਰੰ, ਲੰਪਟ ਲੋਭੀ ਤ੍ਰਿਸ਼ਨਾ ਪੂਰੰ। ਲੋਕਾਂ ਨੂੰ ਚੋਰੀ, ਯਾਰੀ, ਨਿੰਦਿਆ, ਝੂਠ, ਲੋਭ, ਤ੍ਰਿਸ਼ਨਾ, ਇਹਦੇ ਵਿੱਚ ਪ੍ਰੇਰਣਾ ਵੀ ਆਹ ਕੰਮ ਕਰੋ ਤੁਸੀਂ। ਉਹ ਕਹਿੰਦਾ ਜੀ ਮੇਰੀ ਡਿਊਟੀ ਹੈ, ਮੈਂ ਲੋਕਾਂ ਨੂੰ ਇਹੀ ਸਿਖਾਉਣਾ। ਹਾਂਜੀ। ਬਾਟ ਪਾਰ ਸੋ ਸੂਰ ਕਹਾਵੈ, ਪਿਸਨ ਵੱਡੇ ਆਦਰ ਕੋ ਪਾਵੈ। ਜਿਹੜੇ ਡਾਕੂ ਲੋਕ ਨੇ ਅੱਜ ਕੱਲ੍ਹ ਉਹਨਾਂ ਨੂੰ ਸੂਰਮੇ ਕਿਹਾ ਜਾਂਦਾ ਹੈ। ਵੇਖੋ, ਬਾਹੂਬਲੀ ਹੋਵੇ, ਗੈਂਗਸਟਰ ਹੋਵੇ, ਡਾਕੂ ਹੋਵੇ, ਧਾੜਵੀ ਹੋਵੇ, ਉਹਨੂੰ ਲੋਕ ਜਰਨੈਲ ਕਹੀ ਜਾਂਦੇ ਨੇ, ਬਹਾਦਰ ਕਹੀ ਜਾਂਦੇ ਨੇ। ਬਹਾਦਰ ਦੀ ਨਿਸ਼ਾਨੀ ਇਹ ਨਹੀਂ ਹੈ, ਸੂਰਮੇ ਦੀ ਨਿਸ਼ਾਨੀ ਇਹ ਨਹੀਂ ਹੈ। ਡਾਕੂ ਨੂੰ ਡਾਕੂ ਕਹੋ, ਧਾੜਵੀ ਨੂੰ ਧਾੜਵੀ ਕਹੋ। ਸੂਰਮੇ ਦਾ ਇੱਕ ਕਰੈਕਟਰ ਹੈ, ਆਚਰਣ ਹੈ। ਪੁਰਾਣੇ ਸਮਿਆਂ ਦੇ ਵਿੱਚ ਬੜੇ ਬੜੇ ਐਸੇ ਡਾਕੂ ਬਦਮਾਸ਼ ਲੋਕ ਵੀ ਹੋਏ ਨੇ, ਪਰ ਉਹਨਾਂ ਲੋਕਾਂ ਦਾ ਵੀ ਕੋਈ ਕਰੈਕਟਰ ਸੀ, ਕੋਈ ਉਹਨਾਂ ਦੇ ਪ੍ਰਿੰਸੀਪਲ ਸੀਗੇ, ਕੁਝ ਅਸੂਲ ਸਨ। ਦੁਨੀਆ ਨੇ ਉਹਨਾਂ ਦੀਆਂ ਵਾਰਾਂ ਗਾਈਆਂ ਨੇ, ਅੱਜ ਵੀ ਲੋਕ ਉਹਨਾਂ ਦੀਆਂ ਤਵਾਰੀਖਾਂ ਸੁਣਾਉਂਦੇ ਨੇ ਭਾਈ। ਤੋ ਕਹਿੰਦੇ ਨੇ ਕਿ ਜਿਹੜੇ ਵੱਟ ਭਾਰ ਹੋਣਗੇ ਉਹਨਾਂ ਨੂੰ ਸੂਰਮੇ ਕਿਹਾ ਜਾਏਗਾ, ਜਿਹੜੇ ਪਿਛਨ ਹੋਣਗੇ ਉਹਨਾਂ ਨੂੰ ਆਦਰ ਮਿਲੇਗਾ। ਅੱਜ ਜਿੰਨਾ ਚੁਗਲੀਖੋਰ ਦਾ ਆਦਰ ਹੈ, ਸੱਚ ਬੋਲਣ ਵਾਲੇ ਦਾ ਆਦਰ ਨਹੀਂ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਰੋਜ਼ ਖੰਡ ਵਾਲੀ ਚਾਹ ਪੀਣੀ ਹੈ ਤੇ ਬਿਸਕੁਟਾਂ ਦੇ ਨਾਲ ਪੀਣੀ ਹੈ ਤੇ ਘਿਓ ਵਾਲੀ ਤੰਦੂਰੀ ਰੋਟੀ ਵੀ ਖਾਣੀ ਹੈ ਤੇ ਇੱਧਰ ਦੀ ਇੱਧਰ, ਉੱਧਰ ਦੀ ਉੱਧਰ ਲਾਉਣੀ ਸ਼ੁਰੂ ਕਰ ਦਿਓ। ਪਰ ਜੇ ਤੁਸੀਂ ਉਗਲੀ ਚੁਗਲੀ ਨਹੀਂ ਕਰੋਗੇ, ਤੁਹਾਨੂੰ ਕੋਈ ਇਹ ਚੰਗਾ ਬੰਦਾ ਨਹੀਂ ਸਮਝੇਗਾ। ਆਪਾਂ ਇੱਕ ਦੂਜੇ ਨੂੰ ਕੀ ਕਹਿੰਦੇ ਹਾਂ, ਹੋਰ ਸੁਣਾਓ ਜੀ। ਸੁਣਾਉਣ ਦਾ ਮਤਲਬ ਕੀ ਹੈ? ਸੁਣਾਉਣ ਦਾ ਮਤਲਬ ਹੁੰਦਾ ਵੀ ਕਿਸੇ ਦੀ ਕੋਈ ਹੋਰ ਗਲਤੀ ਵੇਖੀ, ਫੜੀ ਤੂੰ ਦੱਸ ਭਾਈ। ਜਾਂ ਤੇ ਆਪਾਂ ਇਹ ਕਹੀਏ ਨਾ ਵੀ ਹਾਂ ਦੱਸ ਬਈ, ਤੇਰਾ ਬਈ ਅੱਗੇ ਬਈ ਕੰਮ ਅੱਗੇ ਚੱਲਿਆ ਕੋਈ ਤੇਰਾ ਨਾ, ਕੋਈ ਨਵੀਂ ਤਾਜੀ ਸੁਣਾ। ਨਵੀਂ ਤਾਜੀ ਦਾ ਮਤਲਬ ਹੁੰਦਾ ਵੀ ਲੋਕਾਂ ਬਾਰੇ ਕੁਝ ਬੋਲ। ਜਿਹੜੇ ਇਸ ਤਰ੍ਹਾਂ ਦੇ ਪਿਛਨ ਬਿਰਤੀ ਦੇ ਲੋਕ ਹੋਣਗੇ ਉਹਨਾਂ ਨੂੰ ਆਦਰ ਮਿਲੇਗਾ, ਸਨਮਾਨ ਮਿਲੇਗਾ। ਹਾਂਜੀ। ਬਹੁ ਬੋਲਤ ਸੇ ਗੁਣੀ ਕਹਾਵੈ, ਸਾਚ ਕਹੇ ਤਿਸ ਸੱਠ ਠਹਿਰਾਵੈ। ਸੱਚ ਬੋਲਣ ਵਾਲਿਆਂ ਨੂੰ ਮੂਰਖ ਆਖਿਆ ਜਾਏਗਾ, ਉੱਚਾ ਤੇ ਬਹੁਤਾ ਬੋਲਣ ਵਾਲਿਆਂ ਨੂੰ ਸਿਆਣਾ ਕਿਹਾ ਜਾਏਗਾ, ਸੱਚਾ ਕਿਹਾ ਜਾਏਗਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਪਹਿਲਾਂ ਬਹੁਤਾ ਬੋਲਣ ਵਾਲੇ ਨੂੰ ਕਪੱਤਾ ਕਹਿੰਦੇ ਸੀ, ਅੱਜ ਬਹੁਤਾ ਬੋਲਣ ਵਾਲੇ ਨੂੰ ਸੱਚਾ ਕਹਿੰਦੇ ਨੇ। ਅੱਗੇ ਘੱਟ ਬੋਲਣ ਵਾਲੇ ਨੂੰ ਚੰਗਾ ਕਹਿੰਦੇ ਸੀ, ਅੱਜ ਘੱਟ ਬੋਲਣ ਵਾਲੇ ਨੂੰ ਕਹਿੰਦੇ ਵੀ ਇਹਦੇ 'ਚ ਕੋਈ ਖੋਟ ਹੋਏਗੀ, ਕੋਈ ਇਹਦੇ ਵਿੱਚ ਦੋਸ਼ ਹੋਏਗਾ, ਇਹਦੇ ਵਿੱਚ ਕੋਈ ਕਮੀ ਪੇਸ਼ੀ ਹੋਏਗੀ। ਹਾਂਜੀ। ਗੁਣੀਆਂ ਨਕੇਰ ਨਿਰਾਦਰ ਹੋਊ, ਭੂਪ ਨਿਕਟ ਬੈਠੇ ਸੱਠ ਜੋ। ਜਿਹੜੇ ਗੁਣੀ ਲੋਕ ਹੋਣਗੇ ਉਹਨਾਂ ਦੀ ਬੇਇੱਜ਼ਤੀ ਹੋਏਗੀ, ਅਨਾਦਰ ਹੋਏਗਾ, ਅਪਮਾਨ ਹੋਏਗਾ।
ਤੇ ਜਿਹੜੇ ਲੋਕ ਹੋਣਗੇ ਮੂਰਖ 60, ਇਹ ਜਾ ਕੇ ਰਾਜਿਆਂ ਦੇ ਕੋਲ ਬਹਿਣਗੇ, ਰਾਜਿਆਂ ਦੀ ਸਭਾ 'ਚ ਮੂਰਖ ਬੈਠਿਆ ਕਰਨਗੇ, ਗੁਣੀ ਆਦਮੀਆਂ ਨੂੰ ਉਥੋਂ ਕੱਢ ਦਿੱਤਾ ਜਾਏਗਾ, ਉਹਨਾਂ ਨੂੰ ਆਦਰ ਸਨਮਾਨ ਨਹੀਂ ਮਿਲੇਗਾ। ਹੁਣ ਵੇਖੋ ਰਾਜੇ ਨੇ ਕੋਈ ਗੱਲ ਕੀਤੀ, ਜੇ ਉਹ ਗਲਤ ਕਰਦਾ ਤਾਂ ਸਿਆਣੇ ਬੰਦੇ ਨੇ ਤੇ ਕਹਿਣਾ ਵੀ ਨਹੀਂ ਰਾਜਾ ਇਹ ਗੱਲ ਤੁਹਾਨੂੰ ਨਹੀਂ ਸ਼ੋਭਦੀ, ਤੇ ਮੂਰਖ ਨੇ ਥੋੜਾ ਕਹਿਣਾ, ਮੂਰਖ ਨੇ ਤੇ ਕਹਿਣਾ ਵੀ ਰਾਜਾ ਇਹੋ ਜਿਹਾ ਫੈਸਲਾ ਤੇਰੇ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ, ਜਿਹੜਾ ਫੈਸਲਾ ਤੂੰ ਕਰਨ ਲੱਗੀ ਹੈ। ਸਿਆਣਾ ਤੁਸੀਂ ਕਿਹਨੂੰ ਕਹਿੰਦੇ ਹੋ? ਜਿਹੜਾ ਪੜ੍ਹ ਲਿਖ ਗਿਆ ਉਹ ਸਿਆਣਾ ਹੈ। ਸਿਆਣਾ ਵਿਅਕਤੀ ਉਹ ਹੈ ਜਿਹੜਾ ਦੁਨੀਆ ਨੂੰ ਮਾਰਗ ਦਰਸ਼ਨ ਦਿੰਦਾ ਹੈ, ਪਹਿਲਾਂ ਆਪਣੇ ਆਪ ਨੂੰ ਸਵਾਰਦਾ ਹੈ, ਫਿਰ ਉਹ ਦੂਸਰਿਆਂ ਨੂੰ ਵੀ ਉਹਦੇ ਲਈ ਪ੍ਰੇਰਣਾ ਕਰਦਾ ਹੈ। ਹਾਂਜੀ। ਕਲਮਲ ਆਲੈ ਹੋਏ ਨਰ, ਕਿਰਪਨ ਨ ਕਰਹੀ ਦਾਨ। ਲੋਕਾਂ ਦੇ ਘਰ ਪਾਪਾਂ ਦੇ ਘਰ ਬਣ ਜਾਣਗੇ, ਹਰ ਘਰ ਵਿੱਚ ਪਾਪ ਹੋਏਗਾ, ਤੇ ਗਰੀਬਾਂ ਨੂੰ ਕੋਈ ਦਾਨ ਨਹੀਂ ਦੇਵੇਗਾ। ਇਹ ਠੀਕ ਹੈ, ਜਿਹੜੇ ਪ੍ਰੋਫੈਸ਼ਨਲ ਮੰਗਤੇ ਨੇ ਤੁਸੀਂ ਉਹਨਾਂ ਦੀ ਨਿਸ਼ਾਨਦੇਹੀ ਕਰੋ, ਨਾ ਦਿਓ, ਪਰ ਕੋਈ ਗਰੀਬ ਹੋਵੇ ਜਿਹਦੇ ਘਰ ਆਟਾ ਨਹੀਂ ਹੈ, ਜਿਹਦੇ ਘਰ ਦਾਲ ਸਬਜ਼ੀ ਨਹੀਂ ਹੈ, ਜਿਹਦੇ ਘਰ ਬੱਚਿਆਂ ਨੂੰ ਚਾਹ ਪਿਆਉਣ ਲਈ ਦੁੱਧ ਨਹੀਂ ਹੈ, ਉਹਦੀ ਤਾਂ ਅਮੀਰ ਆਦਮੀ ਨੂੰ ਮਦਦ ਕਰਨੀ ਚਾਹੀਦੀ ਹੈ ਨਾ। ਠੀਕ ਹੈ, ਜਿਹੜੇ ਪ੍ਰੋਫੈਸ਼ਨਲ ਮੰਗਤੇ ਨੇ, ਇੱਥੇ ਗੁਰਦੁਆਰੇ ਵੀ ਹੈਗੇ ਨੇ ਕਈ, ਉਹਨਾਂ ਨੂੰ ਘਰ ਦੇ ਕਾਰ ਤੇ ਛੱਡ ਕੇ ਜਾਂਦੇ ਨੇ, ਤੇ ਕਾਰ ਤੇ ਉਹ ਘਰ ਦੇ ਲੈਣ ਵੀ ਆਉਂਦੇ ਨੇ। ਉਹ ਅਸਲ 'ਚ ਉਹ ਬੰਦੇ ਜੌਬ ਤੇ ਆਉਂਦੇ ਨੇ, ਇਹ ਉਹਨਾਂ ਦੀ ਜੌਬ ਹੈ, ਰੋਜ਼ ਮੰਗਣ ਵਾਸਤੇ ਆਉਂਦੇ ਨੇ, ਇਹ ਤਾਂ ਨੌਕਰੀ ਉਹਨਾਂ ਦੀ, 1000-2000 ਰੋਜ਼ ਲੈ ਜਾਂਦੇ ਨੇ। ਉਹਦੀ ਨਹੀਂ, ਜਿਹੜਾ ਲੋੜਵੰਦ ਹੈ। ਹੁਣ ਜੇ ਕਿਸੇ ਕੋਲ ਕੱਪੜੇ ਹੀ ਨਹੀਂ ਹੈਗੇ ਤੇ ਤੁਹਾਡੇ ਘਰ ਟੰਗੇ ਕੋਟ ਪੈਂਟ ਕੀ ਕਹਿੰਦੇ ਨੇ ਭਾਈ? ਤੁਹਾਡੇ ਗੁਆਂਢ ਵਿੱਚ ਕਿਸੇ ਦੇ ਬੱਚੇ ਭੁੱਖੇ ਸੁੱਤੇ ਨੇ ਤੇ ਤੁਹਾਡੇ ਘਰ ਵਿੱਚ ਲੱਗਦੇ ਤੜਕੇ ਕਿਸ ਕੰਮ ਦੇ ਨੇ? ਕਿਸੇ ਨੇ ਨਾ ਉਹ ਧੀਰੂ ਬਾਈ ਅਬਾਨੀ ਦੇ ਮੁੰਡਿਆਂ ਨੂੰ ਕਿਹਾ ਸੀ, ਜਦੋਂ ਉਹਨਾਂ ਨੇ ਕਈ ਹਜ਼ਾਰ ਕਰੋੜ ਦਾ ਘਰ ਬਣਾਇਆ ਨਾ, ਉਹਦੇ ਵਿੱਚ ਕਹਿੰਦੇ ਨੇ ਵਿੱਚ ਹੀ ਹੈਲੀਪੈਡ ਵੀ ਹੈ, ਉਹਦੇ ਘਰ ਦੇ ਵਿੱਚ ਹੀ ਇੱਕ ਸਟੋਰੀ ਜਿਹੜੀ ਉਹ ਪਾਰਕਿੰਗ ਹੀ ਹੈ, ਵਿੱਚੇ ਪੂਲ ਨੇ, ਵਿੱਚੇ ਫਿਲਮੀ ਥੀਏਟਰ ਨੇ। ਤੇ ਕਿਸੇ ਨੇ ਇੱਕ ਗੱਲ ਜ਼ਰੂਰ ਕਹੀ ਸੀ, ਉਹਨੇ ਕਿਹਾ ਸੀ ਵੀ ਜਨਾਬ ਕਦੇ ਛੱਤ ਤੇ ਚੜ੍ਹ ਕੇ ਵੇਖਿਓ, ਗਰੀਬਾਂ ਦੀਆਂ ਝੌਂਪੜੀਆਂ ਤੁਹਾਨੂੰ ਨੇੜੇ ਨਜ਼ਰ ਆਉਣਗੀਆਂ। ਜਿੰਨੇ ਮਰਜ਼ੀ ਅਮੀਰ ਹੋ ਜਾਓ, ਪਰ ਤੁਹਾਨੂੰ ਇਹ ਜ਼ਰੂਰ ਪਤਾ ਲੱਗੇਗਾ ਵੀ ਰੱਬ ਦੀ ਕੁਦਰਤ ਵਿੱਚ ਤੂੰ ਇਕੱਲਾ ਅਮੀਰ ਨਹੀਂ ਹੈ, ਇੱਥੇ ਹਜ਼ਾਰਾਂ ਲੱਖਾਂ ਲੋਕ ਰੋਟੀ ਤੋਂ ਆਤਰ ਵੀ ਬੈਠੇ ਨੇ, ਇੱਥੇ ਗਰੀਬ ਵੀ ਹੈਗੇ ਨੇ। ਸਿੱਖ ਨੂੰ ਬਾਦਸ਼ਾਹ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉਹ ਵੰਡ ਕੇ ਖਾ ਲੈਂਦਾ ਸੀ। ਥੋੜੀ ਤੋਂ ਥੋੜੀ ਵੀ ਉਹ ਦੂਜਿਆਂ ਨਾਲ ਸ਼ੇਅਰ ਕਰ ਲੈਂਦਾ ਸੀ। ਹਾਂਜੀ। ਧਰਮੈ ਤੇ ਵਿਪਰੀਤ ਹੋਏ, ਭਾਵੈ ਕਸ਼ਟ ਨਿਦਾਨ। ਲੋਕ ਧਰਮ ਤੋਂ ਵਿਪਰੀਤ ਹੋ ਜਾਣਗੇ, ਦੁੱਖ ਪਾਉਣਗੇ। ਹੁਣ ਜੇ ਆਪਾਂ ਧਰਮ ਛੱਡ ਦਿੱਤਾ ਹੈ ਤੇ ਇਹਦਾ ਦੁੱਖ ਕਿਹਨੂੰ ਹੈ? ਦੇਖੋ, ਜੇ ਸਾਰੀ ਦੁਨੀਆ ਵਿੱਚ ਇਮਾਨਦਾਰੀ ਹੋਵੇ, ਸਾਰੀ ਦੁਨੀਆ ਦੇ ਵਿੱਚ ਲੋਕ ਸੱਚ ਬੋਲਦੇ ਹੋਣ, ਕੋਈ ਕਿਸੇ ਦੇ ਨਾਲ ਧੋਖਾ ਨਾ ਕਰਦਾ ਹੋਵੇ, ਤੇ ਸਾਡੇ ਨਾਲ ਕੌਣ ਕਰੇਗਾ? ਕੋਈ ਵੀ ਨਹੀਂ ਕਰੇਗਾ। ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਫਲੋਰੀਡਾ ਅਮਰੀਕਾ ਦੇ ਵਿੱਚ ਇੱਕ ਦਿਨ ਮੈਂ ਜਦੋਂ ਗਿਆ ਤੇ ਉੱਥੇ ਜਿਨ੍ਹਾਂ ਨੇ ਮੈਨੂੰ ਬੁਲਾਇਆ ਸੀ ਉਹ ਸਾਰੇ ਉੱਥੇ ਬਹੁਤੇ ਡਾਕਟਰ ਨੇ। ਉਹ ਜਦੋਂ ਆਪਣੇ ਘਰਾਂ ਵਿੱਚ ਲੈ ਕੇ ਗਏ ਤੇ ਕਈਆਂ ਨੇ ਵਿਖਾਇਆ, ਕਹਿੰਦੇ ਆ ਵੇਖੋ ਗਿਆਨੀ ਜੀ, ਸਾਡੇ ਘਰਾਂ ਨੂੰ ਨਾ ਕੁੰਡੀ ਹੈ ਨਾ ਜਿੰਦਰਾ ਹੈ। ਕਈ ਇਲਾਕੇ ਐਸੇ ਨੇ, ਤੁਸੀਂ ਸੁਣਿਆ ਹੋਣਾ, ਉੱਥੇ ਕਾਲੇ ਨੇ, ਉੱਥੇ
क्राइम बड़ा है जी, उत्थे गोली भी मार देंदे ने। ठीक है, अडियाना वगैरह इदा हुंदा है, न्यूयॉर्क विच भी हैगा, कई स्टेटां विच बड़ा क्राइम है। न्यूयॉर्क दे विच ब्राउंस वर्गे इलाके च वेले वेले बंदा कल्ला भी नहीं लंघदा। पर उत्थे ऐसे ऐसे भी इलाके हैगे ने, थां हैगे ने जिथे वो कहते जी सारी उम्र हो गई कदे कुंडी कब्जा लाया ही नहीं, लोड़ ही नहीं पैंदी, दरवाजा ढो ते जाओ। हुण ये गुरबाणी दे विच दर्ज है, बेगम पूरा शहर को नाओ, दुख अंधो नहीं ते ठाऊं। जिथे दुख नहीं है, जिथे अंधेरा भी नहीं है, जिथे किसी को कोई गम नहीं है। गम की है? शोक, किसी तरह की सोच नहीं है, कोई डिप्रैशन नहीं है, कोई टेंशन नहीं है, कोई अंधेरा है ही नहीं, भुलेखा ही कोई नहीं है। हर चीज ट्रांसपेरेंट है, सामने है सब कुछ। ना तस्वीस खराज ना माल, कुछ भी नहीं होती। इहो जिहा चित्रण सतगुरु की बाणी विच दर्ज है। कई लोग इहो जी थां ते रहिंदे भी ने, पर किवें होएगा जदों सारे ठीक होणगे। हुण इत्थे कलयुग की कहंदा है? वो कहंदा जी धर्मै ते विपरीत होए पावें कष्ट निदान। जिन्हां ने धर्म छड्ड दिता, धर्म का अर्थ की है? साडी सब तो वड्डी गलती है भी धर्म का अर्थ असीं कढिआ है रुद्राक्ष की माला, मौली, कोई धागा तवीत, कोई अंध विश्वास, कोई कर्म कांड, कोई वहम भरम। असीं इहनूं धर्म कहने हैं, ये धर्म नहीं है। धर्म है सच बोलना, ये धर्म है। ईमानदारी, ये तुहाडा धर्म है। अपनी दसां नौहां की किरत करनी, ये तुहाडा धर्म है। झूठ नहीं बोलना, ये धर्म है। मत्थे ते तिलक ला लो जी, पेट ते चक्कर बना लो जी, ये धर्म नहीं है, ये कर्म कांड है। इहदी की लोड़ है? हुण जे तुसीं कहो जी हैगी है, तो फिर 625-30 करोड़ दुनिया है, सारे मत्थे ते तिलक लाउंदी है। जिवें हुण आपां कहीए जी कृपान पाउणा धर्म है, तो फिर सारी दुनिया तो नहीं पाउंदी। इत्थों तक साडे अपने भैन भरा नहीं पाउंदे, माँ प्यो भी नहीं पाउंदे। कई बारी घर च एक बच्चा ही हुंदा जिन्हें कृपान पाई हुंदी है। ये एक तुहाडी बाहरी रहत है, ये ड्रैस कोड है तुहाडा कि जे तुसीं लोकां नूं दसना चाहुंदे हो मैं खालसा, तो फिर केस भी रखड़े पैने ने, कृपान भी पाउणी पैनी, कशहरा भी पाउणा पैना। पर सच बोलण लई कृपान की लोड़ नहीं है। सच तुसीं वैसे भी बोल सकते हो। वो जिहड़े 5 ककार गुरु ने दिते ने, जिहड़ी सानू सिੱਖੀ की फ्रेमिंग दिती है, ਉਹਦਾ ਤੁਹਾਡੇ जीवन ਵਿੱਚ बड़ा ਵੱਡਾ ਥਾਂ है। पर वो चीज़ां सूचक ने। जे तुसीं सूरमे हो तो ਤੁਹਾਡੀ कृपान जिहड़ी है वो जायज़ है। हुण तुहाडा आचरण ही नहीं हैगा तो कशहरा की करेगा? हुण मेरे वर्गा पाठ ते करे ना, तो 2.5-3 फुट 4 फुट सिर दे केस होण, 3-4 फुट दाड़ा लंबा होवे तो की करेगा? तुहाडे केस ये दसदे ने कि तुसीं ऋषि मुनि हो, तपस्वी हो, तुसीं रोज़ समाधि ला के बैठते हो, फिर तो मुबारक ने। तो जे सारा दिन गालां ही कढ़ी जानी है तो फिर की है? अज यही गलती साडे तो हो रही है।
ਅਸੀਂ ਲੋਕਾਂ ਨੂੰ ਧੱਕੇ ਨਾਲ ਸਾਰਾ ਕੁਝ ਕਰਾਈ ਜਾਂਦੇ ਆ। ਨਹੀਂ ਜੀ ਕੇਸ ਰੱਖੋ ਜੀ, ਨਹੀਂ ਜੀ ਦਾੜੀ ਰੱਖੋ ਜੀ। ਹੁਣ ਲੋਕ ਇਹ ਸਾਰਾ ਕੁਝ ਕਰ ਕਤਰ ਕੇ ਜਦੋਂ ਮਾੜਾ ਕੰਮ ਕਰਦੇ ਨੇ ਉਹਦੇ ਸਿੱਖੀ ਦਾ ਬਿਲਕੁਲ ਹੀ ਘਾਣ ਹੋ ਜਾਂਦਾ ਹੈ, ਨੁਕਸਾਨ ਹੋ ਜਾਂਦਾ ਹੈ। ਵੇਖੋ ਕੜਾ ਤੁਹਾਡੀ ਬਾਹ ਵਿੱਚ ਠੀਕ ਹੈ, ਪਰ ਜੇ ਤੁਸੀਂ ਵਹਿਮ ਭਰਮ ਨਾ ਕਰੋ ਤਾਂ ਕੜਾ ਤੇ ਨਿਸ਼ਾਨੀ ਹੈ ਕਿ ਕੜਾ ਪਾਉਣ ਵਾਲਾ ਬੰਦਾ ਵਹਿਮ ਭਰਮ ਨਹੀਂ ਕਰਦਾ। ਕਛਹਿਰੇ ਤੋਂ ਪਤਾ ਲੱਗਦਾ ਵੀ ਤੁਹਾਡਾ ਆਚਰਨ ਉੱਚਾ ਹੈ। ਕਿਰਪਾਨ ਤੋਂ ਪਤਾ ਲੱਗਦਾ ਵੀ ਤੁਸੀਂ ਬਹਾਦਰ ਹੋ। ਤੇ ਕਿਤੇ ਐਸਾ ਨਾ ਹੋਵੇ ਵੀ ਇੰਨੇ ਡਰੋ ਵੀ ਕਿਰਪਾਨ ਵੀ ਛੋਟਾ ਹੋ ਤੁਸੀਂ। ਕਈ ਐਸੇ ਬਹਾਦਰ ਵੀ ਹੁੰਦੇ ਨੇ। ਕਲਕੱਤੇ ਦੇ ਕੋਲ ਆਸਨਸੋਲ ਜਗ੍ਹਾ ਹੈ, ਉੱਥੇ ਸਾਡੇ ਇੱਕ ਬਹਾਦਰ ਦੀ ਕਿਰਪਾਨ ਉੱਥੇ ਪਈ ਹੈ। ਮਿਆਨ ਇਕੱਲਾ ਹੀ ਲੈ ਕੇ ਵਿਚਾਰਾ ਵਾਪਸ ਆ ਗਿਆ ਦਿੱਲੀ। ਉੱਥੇ ਅਗਲੇ ਕਿਰਪਾਨ ਹੀ ਖੋਲੀ, ਵਿੱਚੋਂ ਬਿਆਨ ਹੀ ਰਹਿ ਗਿਆ ਹੱਥ 'ਚ ਵੀ ਤੂੰ ਇਹ ਵੀ ਸੁੱਟ ਦੇ ਵੀਰੇ, ਕੀ ਕਰਨਾ ਹੈ। ਫਿਰ ਉਹਦੀ ਕੀ ਲੋੜ ਹੈ। ਜੇ ਕੇਸ ਰੱਖਣੇ ਨੇ ਤੇ ਪਾਠ ਵੀ ਜ਼ਰੂਰ ਕਰਨਾ ਹੈ। ਇਹਦਾ ਅਰਥ ਇਹ ਹੈ ਧਰਮ ਕੀ ਹੈ। ਧਰਮ ਚੰਗੀਆਂ ਗੱਲਾਂ ਧਰਮ ਹੈ, ਚੰਗੇ ਕੰਮ ਧਰਮ ਹੈ ਤੁਹਾਡਾ। ਕੱਲ ਜੋ ਕਹਿੰਦਾ ਜੀ ਮੇਰੀ ਡਿਊਟੀ ਇਹ ਲੱਗੀ ਵੀ ਲੋਕਾਂ ਨੂੰ ਧਰਮ ਤੋਂ ਥੱਲੇ ਸੁੱਟਣਾ ਹੈ। ਧਰਮੇ ਤੇ ਵਿਪਰੀਤ ਹੋਏ ਪਾਵੇਂ ਕਸ਼ਟ ਨਿਦਾਨ, ਫਿਰ ਦੁੱਖ ਆਪੇ ਪਾਈ ਜਾਣਗੇ। ਹੁਣ ਜਿਸ ਬੰਦੇ ਨੇ ਗਲਤ ਕੰਮ ਕੀਤਾ ਹੋਏਗਾ ਸਜ਼ਾ ਤਾਂ ਉਹਨੂੰ ਮਿਲਣੀ, ਦੂਜੇ ਨੂੰ ਤਾਂ ਮਿਲਣੀ ਨਹੀਂ, ਮਿਲ ਹੀ ਨਹੀਂ ਸਕਦੀ, ਹੋ ਹੀ ਨਹੀਂ ਸਕਦਾ। ਪਰ ਜੇ ਕਿਤੇ ਐਸਾ ਹੋਏਗਾ, ਛੋਟੇ ਸਾਹਿਬਜ਼ਾਦਿਆਂ ਨੂੰ ਸਜ਼ਾ ਦਿੱਤੀ ਗਈ, ਹਾਲਾਂਕਿ ਮਲੇਰਕੋਟਲੇ ਦੇ ਨਵਾਬ ਨੇ ਉੱਠ ਕੇ ਕਿਹਾ ਸੂਬਾ ਸਰਹੰਦ ਜੇ ਤੂੰ ਮੁਸਲਮਾਨ ਹੈ ਤੇ ਮੈਂ ਵੀ ਮੁਸਲਮਾਨ ਹਾਂ, ਜਿਹੜੀ ਕੁਰਾਨ ਤੂੰ ਪੜ੍ਹੀ ਉਹ ਮੈਂ ਵੀ ਪੜ੍ਹੀ ਹੈ, ਜਿਹੜੇ ਰੋਜ਼ੇ ਤੂੰ ਰੱਖਦਾ ਉਹ ਰੋਜ਼ੇ ਮੈਂ ਵੀ ਰੱਖਦਾ, ਜਿਹੜੀਆਂ ਨਮਾਜ਼ਾਂ ਤੂੰ ਪੜ੍ਹਦਾ ਮੈਂ ਵੀ ਪੜ੍ਹਦਾ, ਜਿਹੜੀ ਸ਼ਰ੍ਹਾ ਇਸਲਾਮ ਦੀ ਕਹਿੰਦਾ ਮੈਨੂੰ ਵੀ ਆਉਂਦੀ ਹੈ। ਪਰ ਮੈਂ ਤਾਂ ਨਹੀਂ ਕਿਤੇ ਪੜ੍ਹਿਆ ਵੀ ਪਿਓ ਦਾ ਬਦਲਾ ਬੱਚਿਆਂ ਤੋਂ ਲਿਆ ਜਾ ਸਕਦਾ। ਇਤਿਹਾਸ ਕਹਿੰਦਾ ਵੀ ਇੱਕ ਵਾਰੀ ਹਿੱਲ ਗਿਆ ਸੀ ਸੂਬਾ ਸਰਹੰਦ, ਵੀ ਇਹ ਤੇ ਬਗਾਵਤ ਹੋ ਗਈ ਇਸਲਾਮ ਦੇ ਵਿੱਚ। ਪਰ ਫਿਰ ਸੁੱਚਾਨੰਦ ਵਰਗਿਆਂ ਨੇ ਜੋ ਸ਼ੈਤਾਨ ਵੰਝਾਇਆ ਸੇਕਿਤ ਫੇਰ ਚਿੱਤ, ਉਹਨਾਂ ਫਿਰ ਕਿਹਾ ਨਹੀਂ ਜੀ ਨਹੀਂ, ਇਹ ਸੱਪ ਦੇ ਬੱਚੇ ਨੇ ਜੀ, ਸਪੋਲੀਏ ਨੇ ਜੀ, ਇਹਦੇ ਬਾਪ ਨਾਲੋਂ ਵੀ ਜ਼ਹਿਰੀਲੇ ਨੇ ਜੀ, ਇਹ ਜਿਉਂਦੇ ਨਹੀਂ ਛੱਡਣੇ ਚਾਹੀਦੇ ਜੀ, ਇਹ ਹਕੂਮਤ ਨੂੰ ਵਕਤਾ ਪੈਦਾ ਕਰ ਦੇਣਗੇ ਜੀ। ਉਹਨਾਂ ਨੂੰ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਕੀ ਹੋਇਆ, ਗੱਲ ਖਤਮ ਨਹੀਂ ਹੋਈ। ਮਾਹੀ ਨੇ, ਮੱਝਾਂ ਗਾਵਾਂ ਦੇ ਛੇੜੂ ਨੇ, ਮਾਹੀ ਉਹਦਾ ਨਾਂ ਨਹੀਂ ਹੈ ਬੰਦੇ ਦਾ, ਜਿਵੇਂ ਮਹਿਰਾ ਹੈ। ਹੁਣ ਤੇ ਮਹਿਰਾ ਇੱਕ ਜਾਤ ਬਣ ਗਈ, ਮਹਿਰਾ ਕੋਈ ਜਾਤ ਨਹੀਂ ਸੀ। ਜਿਹੜਾ ਬੰਦਾ ਸ਼ਾਮ ਨੂੰ ਭੱਠੀ ਲਾ ਕੇ ਦਾਣੇ ਭੁੰਨਦਾ, ਸਵੇਰੇ ਲੋਕਾਂ ਦੇ ਘਰਾਂ 'ਚ ਪਾਣੀ ਢੋਂਦਾ, ਉਹਨੂੰ ਲੋਕ ਮਹਿਰਾ ਕਹਿੰਦੇ ਸੀ। ਇਹ ਕਿਰਤ ਸੀ, ਅਸੀਂ ਉਹਦੀ ਜਾਤ ਬਣਾਤੀ ਚੁੱਕ ਕੇ। ਜਿਹੜਾ ਖੇਤੀਬਾੜੀ ਕਰਦਾ ਸੀ ਅਸੀਂ ਉਹਨੂੰ ਜੱਟ ਕਹਿੰਦੇ ਸੀ। ਹੁਣ ਜਿਹਨੂੰ ਇਹ ਵੀ ਨਹੀਂ ਪਤਾ ਵੀ ਹਲ ਕਿਹਨੂੰ ਕਹਿੰਦੇ ਨੇ, ਪੰਜਾਲੀ ਕਿਹਨੂੰ ਕਹਿੰਦੇ ਨੇ, ਅਰਲੀ ਕਿਹਨੂੰ ਕਹਿੰਦੇ ਨੇ, ਅਲਟਾਵਾਂ ਹਲ ਕਿਹਨੂੰ ਕਹਿੰਦੇ ਨੇ, ਸੁਹਾਗਾ ਕਿਹਨੂੰ ਕਹਿੰਦੇ ਨੇ, ਜਫਾ ਕਿਹਨੂੰ ਕਹਿੰਦੇ ਨੇ, ਤਰੰਗਲੀ ਕਿਹਨੂੰ ਕਹਿੰਦੇ ਨੇ, ਢੀਗਾ ਕਿਹਨੂੰ ਕਹਿੰਦੇ ਨੇ, ਉਹ ਵੀ ਕਹੀ ਜਾਂਦਾ ਅਸੀਂ ਜੱਟ ਹੁੰਨੇ ਆ ਜੀ। ਜਿਹਨੂੰ ਪਤਾ ਹੀ ਕੋਈ ਨਹੀਂ, ਜਿਹਨੂੰ ਸੰਸਕ੍ਰਿਤ ਨਹੀਂ ਆਉਂਦੀ ਉਹ ਵੀ ਲੋਕਾਂ ਨੂੰ ਕਹੀ ਜਾਂਦਾ ਅਸੀਂ ਸ਼ਰਮੇ ਹੁੰਨੇ ਆ। ਉੱਦਾਂ ਹੀ ਸ਼ਰਮ ਹੋਣੀ ਚਾਹੀਦੀ ਹੈ ਵੀ ਤੂੰ ਪੰਡਤਾਂ ਵਾਲੇ ਤੂੰ ਗ੍ਰੰਥ ਪੜ੍ਹਦਾ ਹੋਵੇਂ ਤੇ ਕਵੇਂ ਮੈਂ ਪੰਡਤ ਹਾਂ, ਤੇ ਗੱਲ ਸਮਝ ਠੀਕ ਹੈ। ਫਿਰ ਤੈਨੂੰ 4 ਵੇਦ ਪੜ੍ਹਨੇ ਆਉਣੇ ਚਾਹੀਦੇ ਨੇ, ਸਿਮਰਤੀਆਂ ਸ਼ਾਸਤਰਾਂ ਦੀ ਤੈਨੂੰ ਸੋਝੀ ਹੋਣੀ ਚਾਹੀਦੀ, ਫਿਰ ਤੇ ਤੂੰ ਕਵੇਂ ਮੈਂ ਸ਼ਰਮਾ।
ਸੋ ਜਦੋਂ ਮਨੁੱਖ ਵਿਪਰੀਤ ਹੋ ਗਿਆ ਤੇ ਦੁੱਖ ਤੇ ਉਹਨੇ ਆਪੇ ਹੀ ਪਾਉਣੇ ਨੇ ਭਾਈ। ਦੁੱਖ ਉਹੀ ਪਾਉਂਦਾ ਹੈ ਜਿਹੜਾ ਭੁੱਲ ਜਾਂਦਾ ਹੈ। ਹੁਣ ਕੀ ਹੋਇਆ, ਮਾਹੀ ਮੱਝਾਂ ਗਾਵਾਂ ਚਾਰਨ ਵਾਲੇ ਨੂੰ ਛੇੜੂ ਨੂੰ ਕਹਿੰਦੇ ਨੇ, ਬੜੇ ਨਾਂ ਨੇ। ਛੇੜੂ ਵੀ ਕਹਿ ਦਈਦਾ, ਜਿਹਨੇ ਸਵੇਰ ਦੀਆਂ ਮੱਝਾਂ ਛੇੜੀਆਂ ਹੋਣ, ਸਾਰਾ ਦਿਨ ਹੀ ਲੰਘ ਗਿਆ ਹੋਵੇ ਮੱਝਾਂ ਦੇ ਮਗਰ ਉਹਦਾ। ਅਸੀਂ ਛੇੜਨ ਦੇ ਅਰਥ ਬੈਡ ਸੈਂਸ ਵਿੱਚ ਕਰਦੇ ਹਾਂ। ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਇਹ ਸ਼ਬਦ ਜਿਹੜਾ ਹੈ, ਇਹ ਮੱਝਾਂ ਗਾਵਾਂ ਚਾਰਨ ਵਾਲੇ ਲਈ ਬੋਲਿਆ ਗਿਆ ਹੈ। ਹੁਣ ਕੀ ਹੋਇਆ, ਮਾਹੀ ਨੇ ਜਾ ਕੇ ਗੁਰੂ ਕਲਗੀਧਰ ਪਿਤਾ ਨੂੰ ਕਿਹਾ ਵੀ ਤੁਹਾਡੇ ਲਾਲਾ ਨੂੰ ਸ਼ਹੀਦ ਕਰ ਦਿੱਤਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ, ਉਹਨਾਂ ਕਿਹਾ ਲਓ ਭਾਈ, ਹੁਣ ਪਾਪ ਦੇ ਰਾਜ ਦੀ ਜੜ ਜਿਹੜੀ ਹੈ ਉਹ ਪੁੱਟੀ ਗਈ। ਇਹ ਬੜਾ ਵੱਡਾ ਕੁਐਸਚਨ ਹੈ, ਦਿਮਾਗ ਦੇ ਵਿੱਚ ਜ਼ਰੂਰ ਪੈਦਾ ਕਰੋ ਕਿ ਗੁਰੂ ਕਲਗੀਧਰ ਪਿਤਾ, ਤੂੰ 9 ਸਾਲ ਦਾ ਸੀ ਜਦੋਂ ਤੇਰੇ ਪਿਤਾ ਦਾ ਸੀਸ ਤੇਰੀ ਝੋਲੀ ਵਿੱਚ ਭਾਈ ਜੈਤੇ ਨੇ ਪਾਇਆ, ਤੂੰ ਉਧਰ ਕਿਉਂ ਨਹੀਂ ਕਿਹਾ ਕਿ ਪਾਪ ਦੇ ਰਾਜ ਦੀ ਜੜ ਪੁੱਟੀ ਗਈ? ਚਮਕੌਰ ਦੀ ਗੜੀ ਵਿੱਚ ਤੇਰੇ 2 ਪੁੱਤਰ ਲੜ ਕੇ ਸ਼ਹੀਦ ਹੋਏ, ਤੂੰ ਉਧਰ ਵੀ ਨਹੀਂ ਕਿਹਾ ਕਿ ਪਾਪ ਦੇ ਰਾਜ ਦੀ ਜੜ ਪੁੱਟੀ ਗਈ। ਅੱਜ ਕਿਉਂ ਕਿਹਾ? ਅੱਜ ਇਸ ਕਰਕੇ ਕਿਹਾ ਵੀ ਪਾਪ ਹੀ ਐਡਾ ਵੱਡਾ ਹੋ ਗਿਆ। ਇਹ ਸਤਿਗੁਰੂ ਨੇ ਬਾਣੀ 'ਚ ਲਿਖਿਆ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। 2 ਬਰਾਬਰ ਦੇ ਯੋਧੇ ਲੜਦੇ ਹੋਣ ਤੇ ਕਾਹਦਾ ਰੋਸ ਹੈ? ਅੱਲਾ ਯਾਰਖਾ ਜੋਗੀ ਨੇ ਇਹੋ ਗੱਲ ਤੇ ਲਿਖੀ ਹੈ। ਗੁਰੂ ਕਲਗੀਧਰ ਪਿਤਾ ਕਹਿੰਦੇ, ਮੇਰੇ ਫਰਜ਼ੰਦੋ, ਬੜੀ ਬਹਾਦਰੀ ਨਾਲ ਲੜੇ ਹੋ, ਮੈਨੂੰ ਮਾਣ ਹੈ ਤੁਹਾਡੇ ਤੇ। 2 ਬਰਾਬਰ ਦੇ ਲੜਦੇ ਹੋਣ ਤੇ ਸ਼ਾਬਾਸ਼, ਮਰਨ ਵਾਲੇ ਨੂੰ ਵੀ ਸ਼ਾਬਾਸ਼ ਹੁੰਦੀ ਹੈ। ਦੇਖੋ ਨਾ, 2 ਟੀਮਾਂ ਖੇਡਦੀਆਂ ਨੇ, ਦੋਵੇਂ ਟੀਮਾਂ ਅੜ ਜਾਂਦੀਆਂ ਨੇ ਆਪਸ ਵਿੱਚ ਖੇਡਦਿਆਂ ਅਖੀਰ ਜਿੱਤਣਾ ਇੱਕ ਨੇ ਹੁੰਦਾ ਹੈ। ਪਰ ਦੁਨੀਆ 'ਚ ਗੱਲ ਕੀ ਚੱਲਦੀ ਹੈ, ਕਹਿੰਦੇ ਲੈ ਬਈ ਇੰਡੀਆ ਵਾਲੇ ਜਿੱਤ ਤੇ ਗਏ, ਪਰ ਜੋ ਪਾਕਿਸਤਾਨ ਵਾਲਿਆਂ ਨੇ ਕਮਾਲ ਕੀਤੀ ਬਈ ਹੱਦ ਕਰਤੀ ਉਹਨਾਂ ਨੇ ਖੇਡਣ ਵਾਲੀ। ਉਹਨਾਂ ਦੇ ਹਾਰਨ ਦੇ ਬਾਵਜੂਦ ਉਹਨਾਂ ਦੀ ਜਿਹੜੀ ਚੰਗੀ ਖੇਡ ਖੇਡੀ ਗਈ, ਉਹਦੀ ਹਰ ਬੰਦੇ ਨੂੰ ਦਾਤ ਦੇਣੀ ਪਈ। ਕਹਿੰਦੇ ਵੀ ਬੜੇ ਅੜ ਕੇ ਖੇਡੇ ਹੋ, ਹਾਰ ਕੇ 1-2 ਰਨਾਂ ਤੇ, ਤਾਂ ਕੀ ਹੋਇਆ? ਪਰ ਭਾਈ ਉਹਨਾਂ ਦੀ ਖੇਡ ਵਿੱਚ ਕਮੀ ਕੋਈ ਨਹੀਂ ਸੀ, ਜਿੱਤਣਾ ਤੇ ਇੱਕ ਨਹੀਂ ਸੀਗਾ। ਪਰ ਜਦੋਂ ਛੋਟੇ ਲਾਲ ਨੀਹਾਂ ਵਿੱਚ ਚਿਣੇ ਤੇ ਗੁਰੂ ਨੇ ਕਿਹਾ ਵੀ ਹੁਣ ਪਾਪ ਉਹ ਹੋ ਗਿਆ ਜਿਹੜਾ ਪਾਪ ਧਰਤੀ ਤੇ ਹੋਣਾ ਨਹੀਂ ਸੀ ਚਾਹੀਦਾ। ਹੁਣ ਇਸ ਰਾਜ ਦੀ ਜੜ ਪੁੱਟੀ ਜਾਏਗੀ। ਅੱਤ ਹੋ ਗਈ ਨਾ, ਅਨਿਆਂ ਦੀ ਅੱਤ ਹੋ ਗਈ। ਵੇਖੋ ਸਾਰੀ ਦੁਨੀਆ ਆਟੇ 'ਚ ਲੂਣ ਪਾਉਂਦੀ ਹੈ, ਪਰ ਜਦੋਂ ਲੂਣ 'ਚ ਆਟਾ ਗੁੰਨੋਗੇ ਤੇ ਫਿਰ ਤੇ ਭਾਈ ਕੰਮ ਖਤਮ ਹੋਏਗਾ ਹੀ ਹੋਏਗਾ। ਥੋੜਾ ਬਹੁਤਾ ਝੂਠ ਹੇਰਾ ਫੇਰੀ ਹਰ ਬੰਦਾ ਬੋਲਦਾ ਹੈ, ਚੱਲੀ ਜਾਂਦਾ। ਪਰ ਜਦੋਂ ਝੂਠ ਪ੍ਰਧਾਨ ਹੋ ਜੇ ਫਿਰ ਬੰਦਾ ਫੜਿਆ ਜਾਂਦਾ, ਫਿਰ ਨਹੀਂ ਬਖਸ਼ਿਆ ਜਾਂਦਾ। ਫਿਰ ਉਹਦਾ ਕ੍ਰਾਈਮ ਨਸ਼ਰ ਹੋ ਜਾਂਦਾ ਹੈ। ਹਾਂਜੀ, ਦਿਜ ਬੇਵਹਾਰੀ ਬਹੁਰ ਕਿਸਾਨਾ, ਤਿਨ ਕੋ ਆਦਰ ਹੋਏ ਮਹਾਨਾ। ਸਤਿਗੁਰੂ ਜੀ ਕਹਿਣ ਲੱਗੇ, ਜਿਹੜੇ ਦਿਜ ਹੋਣਗੇ, ਵਿਵਹਾਰੀ ਹੋਣਗੇ, ਕਿਸਾਨ ਹੋਣਗੇ, ਤਿਨ ਕੋ ਆਦਰ ਹੋਏ ਮਹਾਨਾ। ਹੋਵੇ ਪੰਡਤ ਤੇ ਬਣਿਆ ਫਿਰੇ ਵਪਾਰੀ, ਕਹਿੰਦੇ ਉਹਦਾ ਵੀ ਆਦਰ ਹੋਏਗਾ। ਇਹੋ ਜਿਹਾ ਸਮਾਂ ਆਵੇਗਾ। ਹਾਂਜੀ, ਵੇਦ ਪਾਠ ਕੀ ਤਤ ਵਿਚਾਰੀ, ਤਿਨੇ ਕਹਿਤ ਇਹ ਫਿਰਤ ਖੁਵਾਰੀ। ਜਿਹੜਾ ਤਤ ਬੇਤਾ ਹੋਏਗਾ ਵੇਦਾਂ ਦਾ, ਪਠਨ ਪਾਠਨ ਕਰਨ ਵਾਲਾ,
ਉਹਨੂੰ ਲੋਕ ਕਹਿਣਗੇ ਤੇ ਖੁਆਰ ਹੋ ਰਿਹਾ ਹੈ, ਇਹ ਤੇ ਮੂਰਖ ਹੈ। ਅੱਜ ਵੀ ਜਿਹੜੇ ਗੁਣੀ ਪੁਰਖ ਨੇ ਉਹਨਾਂ ਦੀ ਬਹੁਤੀ ਕੀਮਤ ਨਹੀਂ ਹੈ। ਮੈਂ ਕਾਪ ਜੀ ਨੂੰ ਬੜੀ ਕੌੜੀ ਗੱਲ ਦੱਸਾਂ ਤੁਹਾਨੂੰ, ਸਾਡੇ ਧਰਮ ਵਿੱਚ ਬੜੇ ਬੜੇ ਵੱਡੇ ਰਾਗੀ ਹੋਏ ਨੇ। ਦਰਬਾਰ ਸਾਹਿਬ ਦੇ ਵਿੱਚ ਇੱਕ ਵੇਲਾ ਸੀ ਕਿ ਬੜੇ ਗੁਣੀ ਰਾਗੀ ਜਿਹੜੇ ਸੀ ਸਿਰਫ ਉਹੀ ਭਰਤੀ ਕੀਤੇ ਜਾਂਦੇ ਸੀ, ਬੜੀ ਕਮਾਈ ਹੁੰਦੀ ਸੀ ਉਹਨਾਂ ਦੀ। ਪੁੱਛਿਆ ਜਾਂਦਾ ਸੀ ਵੀ ਇਹਨੂੰ ਬਾਣੀ ਕੰਠ ਕਿੰਨੀ ਹੈ, ਇਹਨੂੰ ਰਾਗ ਕਿੰਨੇ ਆਉਂਦੇ ਨੇ। ਭਾਈ ਗੁਰਮੇਲ ਸਿੰਘ ਵਰਗੇ, ਭਾਈ ਗੁਰਮੇਲ ਸਿੰਘ ਵਰਗੇ, ਭਾਈ ਗੋਪਾਲ ਸਿੰਘ ਵਰਗੇ ਰਾਗੀ ਉੱਥੇ ਕੀਰਤਨ ਕਰਦੇ ਰਹੇ। ਪਰ ਇਸ ਸਮੇਂ ਦੇ ਵਿੱਚ ਭਾਈ ਹਰਬੰਸ ਸਿੰਘ ਜਗਾਦਰੀ ਵਾਲੇ ਦੀ ਜਿਹੜੀ ਵਡਿਆਈ ਹੋਈ ਸੀ, ਕਿੱਥੋਂ ਹੋਈ ਸੀ ਪਤਾ ਤੁਹਾਨੂੰ? ਉਹਨੇ ਇੱਕ ਧਾਰਮਿਕ ਗੀਤ ਗਾਇਆ ਸੀ, ਸਵਾਸਾਂ ਦੀ ਮਾਲਾ। ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਕਿੱਡੇ ਵੱਡੇ ਕੀਰਤਨੀਏ ਨੇ, ਪਰ ਉਹਨਾਂ ਦੀ ਮਸ਼ਹੂਰੀ ਕਿੱਥੋਂ ਹੋਈ? ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ। ਜਦੋਂ ਉਹਨਾਂ ਨੇ ਧਾਰਮਿਕ ਗੀਤ ਗਾਏ, ਉਹਨਾਂ ਦੇ ਭਰਾ ਮਨਿੰਦਰ ਸਿੰਘ ਦੀ ਸ਼ੋਭਾ ਇੰਨੀ ਕਿੱਥੋਂ ਹੋਈ? ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਗੀਤ ਗਾਏ। ਰਾਗ ਗਾ ਕੇ ਨਹੀਂ ਹੋਈ, ਸ਼ਬਦ ਗਾ ਕੇ ਨਹੀਂ ਹੋਈ। ਜਦੋਂ ਉਹਨਾਂ ਧਾਰਮਿਕ ਗੀਤ ਗਾਏ ਨੇ, ਉਸ ਤੋਂ ਬਾਅਦ ਹੋਰ ਕਿੰਨੇ ਰਾਗੀ ਨੇ। ਇਸੇ ਤਰ੍ਹਾਂ ਬਾਬਿਆਂ ਦੇ ਵਿੱਚ ਵੀ ਹੈ, ਜਿਨ੍ਹਾਂ ਨੇ ਧਾਰਨਾ ਨਹੀਂ ਗਾਈਆਂ, ਜਿਨ੍ਹਾਂ ਨੇ ਕੱਚੀ ਬਾਣੀ ਨਹੀਂ ਪੜ੍ਹੀ, ਉਹਨਾਂ ਦੀ ਬਹੁਤੀ ਸ਼ੋਭਾ ਨਹੀਂ ਹੋਈ। ਤੇ ਜਿਨ੍ਹਾਂ ਨੇ ਰੱਜ ਕੇ ਧਾਰਮਿਕ ਗੀਤ ਗਾਏ, ਉਹ ਫੇਮਸ ਹੋ ਗਏ। ਅਸਲ ਗੱਲ ਇਹ ਹੈ, ਇਹ ਗੱਲ ਸਾਡੇ ਤੇ ਮੁਨਸਰ ਸੀ। ਅੱਜ ਵੀ ਤੁਸੀਂ ਵੇਖੋ, ਮੈਨੂੰ ਕੋਈ ਕਹਿ ਦੇਵੇ ਦੁੱਧ ਪੀਓਗੇ, ਮੈਂ ਕਹੂੰਗਾ ਨਹੀਂ। ਆਈਸਕ੍ਰੀਮ ਖਾਓਗੇ, ਮੈਂ ਕਹਿਣਾ ਲਿਆਓ। ਅਸੀਂ ਬੱਚੇ ਹਾਂ, ਚਾਕਲੇਟ ਖਾਣਾ ਠੀਕ ਮਹਿਸੂਸ ਕਰਦੇ, ਦਹੀਂ ਕੋਈ ਨਹੀਂ ਖਾਂਦਾ। ਹਾਲਾਂਕਿ ਚਾਕਲੇਟ ਵੀ ਦੁੱਧ ਤੋਂ ਹੀ ਬਣਦਾ ਹੈ, ਆਈਸਕ੍ਰੀਮ ਵੀ ਦੁੱਧ ਤੋਂ ਬਣਦੀ ਹੈ। ਅੱਗੇ ਦੁੱਧ, ਮੱਖਣ, ਇਹ ਚੀਜ਼ਾਂ ਲੋਕ ਖਾਂਦੇ ਸੀ, ਹੁਣ ਉਹ ਕੋਈ ਨਹੀਂ ਖਾਂਦਾ। ਉਹਨਾਂ ਤੋਂ ਅੱਗੇ ਅੱਗੇ ਜਿਹੜੇ ਪ੍ਰੋਡਕਟ ਬਣੇ, ਉਹ ਹੁਣ ਜ਼ਿਆਦਾ ਵਿਕਦੇ ਨੇ ਭਾਈ। ਅੱਜ ਵੀ ਭਾਈ ਗੁਰਮੇਲ ਸਿੰਘ ਦਰਬਾਰ ਸਾਹਿਬ ਦਾ ਕੋਈ ਬਦਲ ਨਹੀਂ ਹੈ। ਭਾਈ ਜਸਵੰਤ ਸਿੰਘ ਹੋਰੀ, ਭਾਈ ਮਨਜੀਤ ਸਿੰਘ ਹੋਰੀ, ਅੱਜ ਵੀ ਭਾਈ ਗੁਰਮੀਤ ਸਿੰਘ ਸ਼ਾਂਤ ਬਹੁਤ ਵੱਡਾ ਕੀਰਤਨੀ ਹੈ। ਕੌਣ ਸੁਣਦਾ? ਕਿਉਂਕਿ ਉਹਨਾਂ ਨੇ ਫਿਲਮੀ ਟਿਊਨਾਂ ਗਾਉਣੀਆਂ ਹੀ ਕੋਈ ਨਹੀਂ। ਉਹ ਇੱਥੇ ਗਾਉਣ ਲਾ ਦਾਂਗੇ, ਮੇਰੇ ਵਰਗੇ ਕਈ ਉੱਠ ਕੇ ਚੱਲ ਜਾਣਗੇ, ਇਹ ਕਿੱਥੋਂ ਪੱਕੇ ਰਾਗਾਂ ਵਾਲਾ ਫੜ ਲਿਆਂਦਾ ਹੈ। ਕਿਉਂਕਿ ਸਾਡੇ ਆਪਣੇ ਕੰਨਾਂ ਦੇ ਸਰੋਤ ਹੀ ਕਿਤੇ ਹੋਰ ਜਾ ਕੇ ਟਿਕ ਗਏ ਨੇ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਕਲਯੁਗ ਹੈ, ਉਹ ਕਹਿੰਦਾ ਜੀ ਵੇਦ ਪਾਠ ਕੀ ਤਤ ਵਿਚਾਰੀ, ਤਿਨੇ ਕਹਿਤ ਇਹ ਫਿਰਤ ਖੁਆਰੀ। ਜਿਹੜਾ ਤਤ ਬੇਤਾ ਹੋਏਗਾ, ਪਾਠਕ ਹੋਏਗਾ, ਉਹਨੂੰ ਇਹ ਕਹਿਣਗੇ ਤੇ ਐਵੇਂ ਖੁਆਰ ਹੁੰਦਾ ਫਿਰਦਾ, ਐਵੇਂ ਪੋਥੀਆਂ ਚੁੱਕ ਕੇ ਤੁਰਿਆ ਫਿਰਦਾ। ਪਰ ਜਿਹੜੇ ਪੰਡਤ ਵਿਵਹਾਰੀ ਹੋਣਗੇ, ਉਹਨਾਂ ਦਾ ਦੁਨੀਆ ਵਿੱਚ ਮਾਣ ਤਾਣ ਹੋਏਗਾ। ਅੱਜ ਜਿਹੜਾ ਆਮ ਸਧਾਰਨ ਪੰਡਤ, ਉਹਨੂੰ ਕੌਣ ਪੁੱਛਦਾ ਹੈ? ਪਰ ਜਿਹੜੇ ਲੋਕਾਂ ਨੂੰ ਭਰਮਾਉਂਦੇ ਨੇ, ਉਹਨਾਂ ਦੀਆਂ ਫੀਸਾਂ ਵੇਖੋ ਤੁਸੀਂ ਕਿੰਨੀਆਂ ਨੇ, ਉਹਨਾਂ ਦਾ ਠਾਠ ਬਾਠ ਕਿੰਨਾ ਵੱਡਾ ਹੈ। ਹਾਂਜੀ। ਭੂਪ ਕਹੈ ਹਮਕੋ ਨਿਤ ਟੋਟੂ, ਪ੍ਰਜਾ ਕਹੇ ਹਮ ਲਿਹੈ ਖਸੋਟੂ। ਜਿਹੜੇ ਰਾਜੇ ਹੋਣਗੇ, ਉਹ ਕਹਿਣਗੇ ਜੀ ਸਾਨੂੰ ਤੇ ਘਾਟਾ ਹੀ ਬਹੁਤ ਹੈ।
ਪ੍ਰਜਾ ਜਿਹੜੀ ਹੈ ਉਹਨੂੰ ਕਿਹਾ ਜਾਏਗਾ ਕਿ ਵੀ ਸਾਰਿਆਂ ਨੂੰ ਲੁੱਟ ਲਿਆ ਜਾਏ। ਇਹੋ ਜਿਹਾ ਵਕਤ ਆ ਜਾਏਗਾ, ਰਾਜੇ ਸਖੀ ਨਹੀਂ ਹੋਣਗੇ, ਪ੍ਰਜਾ ਦੇ ਉੱਤੇ ਟੈਕਸ ਲਾਏ ਜਾਣਗੇ, ਪ੍ਰਜਾ ਦੇ ਲੋਕਾਂ ਨੂੰ ਰੋਟੀ ਮਿਲੇ ਨਾ ਮਿਲੇ, ਰਾਜੇ ਦੇ ਖਜ਼ਾਨੇ ਜਿਹੜੇ ਨੇ ਉਹ ਰੋਜ਼ ਭਰੇ ਜਾਣਗੇ। ਹਾਂਜੀ। ਸੰਨਿਆਸੀ ਸੰਚੈ ਬਹੁ ਧਨ ਕੋ, ਅਸਨ ਬਸਨ ਅਲਪ ਗ੍ਰਹਿਸਤਨ ਕੋ। ਜਿਹੜੇ ਗ੍ਰਸਤੀ ਹੋਣਗੇ ਉਹ ਥੋੜਾ ਜਿਹਾ ਭੋਜਨ ਖਾਣਗੇ, ਥੋੜੇ ਜਿਹੇ ਕੱਪੜੇ ਪਾਉਣਗੇ, ਤੇ ਸੰਨਿਆਸੀ ਉਹ ਅਮੀਰ ਹੋਣਗੇ। ਅੱਜ ਤੁਸੀਂ ਵੇਖ ਲਓ, ਆਮ ਆਦਮੀ ਨੂੰ ਤੋਂ ਰੋਟੀ ਕੱਪੜਾ ਪੂਰਾ ਨਹੀਂ ਹੋ ਰਿਹਾ, ਪਰ ਜਿਹੜੇ ਕਹਿੰਦੇ ਨੇ ਅਸੀਂ ਘਰ ਛੱਡ ਦਿੱਤਾ ਹੈ, ਅਰਬਾਂ ਖਰਬਾਂ 'ਚ ਖੇਡਦੇ ਨੇ। ਕੋਈ ਕਵੀ ਨੇ ਬੜੀ ਵਧੀਆ ਗੱਲ ਆਖੀ, ਉਹ ਕਹਿੰਦਾ ਵੀ ਬਾਬਾ ਰਾਮਦੇਵ ਵੀ ਜੇ ਯੋਗਾ ਨਾਲ ਬਿਮਾਰੀਆਂ ਹਟਦੀਆਂ ਨੇ ਤਾਂ ਤੂੰ ਦਵਾਈਆਂ ਕਿਉਂ ਵੇਚਣ ਲੱਗ ਪਿਆ? ਤੈਨੂੰ ਦਵਾਈਆਂ ਦੀਆਂ ਫੈਕਟਰੀਆਂ ਲਾਉਣ ਦੀ ਲੋੜ ਕਿਉਂ ਪੈ ਗਈ ਹੈ? ਇਹਦਾ ਅਰਥ ਹੀ ਹੈ ਨਾ ਵੀ ਜਿੱਦਾਂ ਕਮਾਇਆ ਜਾਂਦਾ ਪੈਸਾ ਉਦਾਂ ਹੀ ਕਮਾ ਲਓ। ਉਹ ਕਹਿੰਦੇ ਜਿਹੜੇ ਸੰਨਿਆਸੀ ਹੋਣਗੇ ਉਹ ਧਨ ਇਕੱਠਾ ਕਰਨਗੇ, ਜਿਹੜੇ ਗ੍ਰਸਤੀ ਹੋਣਗੇ ਉਹਨਾਂ ਦਾ ਰੋਟੀ ਕੱਪੜਾ ਵੀ ਪੂਰਾ ਨਹੀਂ ਹੋਏਗਾ। ਕੱਲ ਜੋ ਕਹਿੰਦਾ ਮੇਰੀ ਨਿਸ਼ਾਨੀ ਹੈ। ਹਾਂਜੀ। ਔਰ ਗਨਨ ਕਰ ਕਹਾਂ ਸੁਨਾਊ, ਮੂਰ ਸਮੇਂ ਕੋ ਜੋਨ ਪ੍ਰਭਾਊ। ਕੱਲ ਜੋ ਕਹਿੰਦਾ ਜੀ ਦੱਸੋ ਮੈਂ ਕਿਹੜੇ ਕਿਹੜੇ ਆਪਣੇ ਗੁਣ ਦੱਸਾਂ, ਸੁਭਾਅ ਦੱਸਾਂ, ਡਿਊਟੀਆਂ ਦੱਸਾਂ ਜਿਹੜੀਆਂ ਰੱਬ ਨੇ ਲਾਈਆਂ ਨੇ। ਮੋਰ ਸਮੇਂ ਕੋ ਜੋਨ ਪ੍ਰਭਾਊ, ਇਹ ਮੇਰਾ ਪ੍ਰਭਾਵ ਹੈ ਇਸ ਮੇਰੇ ਆਪਣੇ ਸਮੇਂ ਦਾ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਨਜ਼ਰ ਆਉਣਗੀਆਂ। ਹਾਂਜੀ। ਜਹ ਸਤ ਤਪ ਬ੍ਰਤ ਧਰਮ ਉਪਾਸਨ, ਸਭ ਇੱਕ ਬਾਰੈ ਕਰੋ ਬਿਨਾਸਨ। ਜਿੰਨਾ ਮਰਜੀ ਵੱਡਾ ਸਤੀ ਹੋਵੇ, ਤਪੀ ਹੋਵੇ, ਵਰਤ ਰੱਖਣ ਵਾਲਾ ਹੋਵੇ, ਧਰਮ ਦੀ ਉਪਾਸਨਾ ਕਰਨ ਵਾਲਾ ਹੋਵੇ, ਕਹਿੰਦਾ ਇੱਕੋ ਸੱਟੇ ਉਜਾੜ ਦਿਆਂਗਾ ਸਭ ਕੁਝ। ਚੰਗੇ ਤੋਂ ਚੰਗੇ ਬੰਦੇ ਤੇ ਛੋਟਾ ਜਿਹਾ ਦਾਗ ਲਾ ਕੇ ਸਾਰੀ ਉਮਰ ਉਹਨੂੰ ਖਤਮ ਕਰ ਦਿੱਤਾ ਜਾਂਦਾ। ਪਰ ਚੋਰ ਚੱਕਾ ਚੌਧਰੀ, ਜਿਹੜੇ ਲੋਕ ਬਲਾਤਕਾਰ ਕਰਦੇ ਨੇ, ਜਿਹੜੇ ਲੋਕ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ ਨੇ, ਉਹ ਸਮਾਜ ਸੇਵੀ ਨੇ। ਤੇ ਜਿਹੜਾ ਬਿਲਕੁਲ ਧਾਰਮਿਕ ਆਦਮੀ ਉੱਤੇ ਨਿੱਕਾ ਜਿਹਾ ਲਾਂਛਨ ਲਾ ਦਿੱਤਾ ਜਾਏਗਾ, ਉਹਦੀ ਪੂਰੀ ਲਾਈਫ ਉਹਦੀ ਕ੍ਰਸ਼ ਕਰ ਦਿੱਤੀ ਜਾਏਗੀ। ਮੁੜ ਕੇ ਕੋਈ ਉਹਦੀ ਬਾਂਹ ਨਹੀਂ ਫੜੇਗਾ, ਮੁੜ ਕੇ ਕੋਈ ਉਹਨੂੰ ਮੂੰਹ ਨਹੀਂ ਲਾਏਗਾ। ਪਰ ਜਿਹੜੇ ਮਾੜੇ ਲੋਕ ਹੋਣਗੇ ਉਹ ਚੌਧਰੀ ਬਣ ਜਾਣਗੇ, ਉਹ ਵੱਡੇ ਹੋ ਜਾਣਗੇ। ਇਹਨਾਂ ਦਿਨਾਂ 'ਚ ਹੋ ਹੀ ਰਿਹਾ। ਤੁਸੀਂ ਵੇਖ ਲਓ, ਜਿਹੜਾ ਬੰਦਾ ਦੂਜੀ ਪਾਰਟੀ 'ਚ ਹੁੰਦਾ ਉਹ ਕ੍ਰਿਮੀਨਲ ਹੁੰਦਾ, ਜਦੋਂ ਆਪਣੀ ਪਾਰਟੀ 'ਚ ਆ ਜਾਂਦਾ ਉਹਨੇ ਗੰਗਾ ਇਸ਼ਨਾਨ ਕਰ ਲੈਣਾ, ਸਾਰੇ ਪਾਪ ਉਹਦੇ ਉਸੇ ਵੇਲੇ ਧੁੱਪ ਜਾਂਦੇ ਨੇ, ਸਾਰੇ ਕੇਸ ਉਹਦੇ ਖਤਮ ਹੋ ਜਾਂਦੇ ਨੇ, ਸਾਰੀਆਂ ਉਹਦੀਆਂ ਗਲਤੀਆਂ ਜਿਹੜੀਆਂ ਨੇ ਉਹ ਦਰੁਸਤ ਕਰ ਦਿੱਤੀਆਂ ਜਾਂਦੀਆਂ ਨੇ, ਠੀਕ ਕਰ ਦਿੱਤੀਆਂ ਜਾਂਦੀਆਂ ਨੇ। ਹਾਂਜੀ। ਆਏ ਅਸ ਅਸ ਕਰਤਾਰ ਕੀ, ਸੋ ਤੁਮਰੀ ਹੀ ਹੋਏ। ਕਹਿਣ ਲੱਗਾ ਜੀ ਇਹ ਕਰਤਾਰ ਦੀ ਮੈਨੂੰ ਡਿਊਟੀ ਲਾਈ ਸੀ ਵੀ ਤੂੰ ਇਦਾਂ ਹੀ ਕਰਨਾ ਹੈ, ਜਪ ਤਪ ਸਭ ਰੋੜ ਦੇਣੇ ਨੇ ਲੋਕਾਂ ਦੇ। ਅੱਜ ਤੱਕ ਮੈਂ ਉਹ ਕੰਮ ਕੀਤਾ, ਹੁਣ ਅੱਗੋਂ ਜੋ ਤੁਸੀਂ ਕਹੋਗੇ ਮੈਂ ਉਹ ਕਰਾਂਗਾ, ਕਿਉਂਕਿ ਤੁਸੀਂ ਵੀ ਰੱਬ ਦੇ ਭੇਜੇ ਅਵਤਾਰੀ ਪੁਰਖ, ਸਰਗੁਣ ਰੂਪ ਹੋ ਤੁਸੀਂ ਰੱਬ ਦੇ। ਹਾਂਜੀ। ਜਬ ਇਹ ਬਿਦ ਉਚਰੋਂ ਪ੍ਰਭੂ, ਮੈਂ ਮਾਨੋਗਾ ਸੋਏ। ਅਬ ਜਿਹ ਬਿਦ ਉਚਰੋ ਪ੍ਰਭੂ, ਅਗਰ ਇਹਨੂੰ ਉਚਰੋਂ ਪੜਾਂਗੇ ਤਾਂ ਉਲਟ ਹੋ ਜਾਏਗਾ। ਉਚਰੋ ਦਾ ਅਰਥ ਹੈ ਤੁਸੀਂ ਕਹੋ, ਹੇ ਪ੍ਰਭੂ ਅੱਜ ਤੋਂ ਬਾਅਦ ਜੋ ਤੁਸੀਂ ਕਹੋਗੇ ਮੈਂ ਮੰਨਾਂਗਾ। ਗੁਰੂ ਨਾਨਕ ਸਾਹਿਬ ਤੁਸੀਂ ਆਦੇਸ਼ ਦਿਓ, ਕੱਲ ਜੋ ਕਹਿੰਦਾ ਮੈਂ ਤੁਹਾਡੇ ਆਦੇਸ਼ ਦੀ ਪਾਲਣਾ ਕਰਾਂਗਾ। ਹਾਂਜੀ। ਮੈਂ ਆਇਸ ਰਾਵਰ ਅਨਸਾਰੀ, ਤਦ ਪਲੇ ਹੋ ਕੁਛ ਭੇਟ ਹਮਾਰੀ। ਕਹਿਣ ਲੱਗਾ ਜੀ ਮੈਂ ਅੱਜ ਤੋਂ ਬਾਅਦ ਤੁਹਾਡਾ ਆਗਿਆਕਾਰੀ ਬਣ ਕੇ ਚੱਲਾਂਗਾ, ਚਲੋ ਹੁਣ ਤੇ ਮੇਰੀ ਭੇਟਾ ਕੋਈ ਲੈ ਲਓ, ਕੋਈ ਤੇ ਮੱਥਾ ਟੇਕਿਆ ਪ੍ਰਵਾਨ ਕਰੋ। ਹਾਂਜੀ। ਕੰਚਨ ਮੰਦਰ ਦਰਬ ਮਹਾਨਾ,
ਜਬ ਲੇਵੋ ਹੋਵੋ ਹਰ ਖਾਨਾ। ਕੋਈ ਐਸਾ ਸੋਨੇ ਦਾ ਹੀਰਿਆਂ ਦਾ ਕੋਈ ਜੜਿਆ ਕੋਈ ਮੰਦਰ ਹੋਵੇ ਤੇ ਜੇ ਕਦੇ ਭੇਟਾ ਲੈ ਲਓ ਤੇ ਮੈਂ ਬੜਾ ਪ੍ਰਸੰਨ ਹੋਵਾਂਗਾ। ਹਾਂਜੀ, ਸੁਨ ਕਰ ਬਿਗਸੇ ਸ਼੍ਰੀ ਗੁਣ ਖਾਨੀ, ਹਵੈ ਪ੍ਰਸੰਨ ਬੋਲੇ ਤਬ ਬਾਨੀ। ਗੁਰੂ ਨਾਨਕ ਦੇ ਪਿਤਾ ਜੀ ਨੇ ਉਦੋਂ ਪ੍ਰਸੰਨ ਚਿਤ ਹੋ ਕੇ ਬਚਨ ਆਖੇ ਸਨ। ਹਾਂਜੀ, ਸਭ ਜੁਗ ਤੇ ਵੱਡ ਤੇਜ ਤੁਮਾਰਾ, ਹੋਵੈ ਗੋ ਇਹ ਵਾਕ ਹਮਾਰਾ। ਸਤਿਗੁਰੂ ਕਹਿਣ ਲੱਗੇ ਵੀ ਇਹ ਤਾਂ ਗੱਲ ਠੀਕ ਹੈ, ਸਾਰੇ ਯੁੱਗਾਂ ਤੋਂ ਵੱਧ ਪ੍ਰਭਾਵ ਤੇਰਾ ਹੀ ਰਹੂਗਾ। ਅੱਜ ਸਤਿਯੁਗ ਦਾ ਕਿਸੇ ਨੂੰ ਪਤਾ ਹੀ ਨਹੀਂ ਕੀ ਪ੍ਰਭਾਵ ਹੈ, ਨਾ ਤ੍ਰੇਤੇ ਦੁਆਪਰ ਦਾ ਪਤਾ। ਗੱਲ ਗੱਲ ਤੇ ਬੰਦੇ ਕਰੀ ਜਾਂਦੇ ਨੇ ਕਲਯੁਗ ਹੈ ਜੀ, ਕੀ ਕਰੀਏ, ਸਮਾਂ ਹੀ ਕਲਯੁਗ ਦਾ ਹੈ ਜੀ, ਕੀ ਹੋ ਸਕਦਾ ਹੈ। ਹਾਂਜੀ, ਤੋਰ ਕਾਲ ਕੀਰਤ ਕਰਤਾਰਾ, ਮਹਿਮਾ ਤਾਂ ਕੀ ਬਧੈ ਅਪਾਰਾ। ਸਤਿਗੁਰੂ ਕਹਿਣ ਲੱਗੇ ਪਰ ਇੱਕ ਗੱਲ ਚੇਤਾ ਰੱਖੀ, ਤੇਰੇ ਯੁੱਗ ਵਿੱਚ ਮਹਿਮਾ ਨਾਮ ਦੀ ਰਹੂਗੀ। ਵਡਿਆਈ ਜਿਹੜੀ ਹੈ ਉਹ ਰੱਬ ਦੀ ਕੀਰਤੀ ਦੀ ਹੋਵੇਗੀ। ਤੋਰ ਕਾਲ ਕੀਰਤ ਕਰਤਾਰਾ, ਮਹਿਮਾ ਤਾਂ ਕੀ ਵਧੇ ਅਪਾਰਾ, ਔਰ ਇਹਦੀ ਮਹਿਮਾ ਵਧੇਗੀ। ਸਭ ਤੋਂ ਵੱਧ ਲੋਕ ਨਾਮ ਜਪਣਗੇ ਇਸ ਯੁੱਗ ਵਿੱਚ। ਲਾਖ ਬਰਖ ਸਤ ਜੁਗ ਜੋ ਕਰਈ, ਅਜੁਤ ਬਰਖ ਤ੍ਰੇਤੇ ਚਿਤ ਧਰਈ। ਲੱਖਾਂ ਸਾਲ ਜੇ ਕੋਈ ਸਤਯੁਗ ਵਿੱਚ ਭਗਤੀ ਕਰੇ, 20,000 ਸਾਲ ਜੇ ਕੋਈ ਤ੍ਰੇਤੇ ਵਿੱਚ ਭਗਤੀ ਕਰੇ। ਹਾਂਜੀ, ਦੁਆਪੁਰ ਜੇ ਬਰਖ ਹਜ਼ਾਰਾ, ਸੋ ਕਲ ਅਲਪ ਕਾਲ ਸੁਖ ਸਾਰਾ। ਦੁਆਪਰ ਦੇ ਵਿੱਚ ਕੋਈ 1,000 ਸਾਲ ਭਗਤੀ ਕਰੇ ਤੇ ਉਹਨਾਂ ਦੇ ਪੁੰਨ ਫਲ ਦੇ ਬਰਾਬਰ ਕਲਯੁਗ ਦੇ ਵਿੱਚ ਸੋ ਕਲ ਅਲਪ ਕਾਲ ਸੁਖ ਸਾਰਾ। ਅਗਰ ਕੋਈ ਥੋੜਾ ਜਿਹਾ ਸਮਾਂ ਵੀ ਭਗਤੀ ਕਰੇਗਾ ਤੇ ਉਨਾ ਹੀ ਫਲ ਮਿਲ ਜਾਏਗਾ ਉਸ ਨੂੰ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਇੱਥੇ ਕਲ ਕੇਵਲ ਨਾਮ ਆਧਾਰ। ਸਾਰੇ ਯੁੱਗਾਂ ਦੇ ਵੱਖਰੇ ਵੱਖਰੇ ਧਰਮ ਦੱਸੇ ਨੇ ਬਾਣੀ 'ਚ, ਪਰ ਜਿਹੜਾ ਕੱਲ ਦਾ ਜਿਹੜਾ ਧਰਮ ਹੈ ਉਹ ਸਿਰਫ ਨਾਮ ਹੈ। ਕੱਲ ਕੇਵਲ ਨਾਮ ਆਧਾਰ। ਹਾਂਜੀ, ਪ੍ਰੀਤ ਜੁਗਤ ਹਰ ਕੀਰਤ ਕਰਈ, ਸੋ ਤਤਕਾਲ ਬਿਖੇ ਭਵ ਤਰਈ। ਜਿਹੜਾ ਵਿਅਕਤੀ ਪ੍ਰੀਤੀ ਦੇ ਨਾਲ ਹਰੀ ਦੀ ਕੀਰਤੀ ਕਰੇਗਾ ਉਹ ਛਿਣ ਮਾਤਰ ਸਮੇਂ ਵਿੱਚ ਭਵ ਸਾਗਰ ਨੂੰ ਪਾਰ ਕਰ ਜਾਏਗਾ। ਏਕ ਚਿਤ ਜਿਹ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਹੁਣ ਇਹ ਗੁਰਬਾਣੀ ਹੈ, ਦੱਸੋ ਗਲਤ ਹੈ ਤਾਂ ਦੱਸ ਦਿਓ, ਝੂਠੀ ਹੈ ਤਾਂ ਦੱਸ ਦਿਓ। ਤੇ ਜੇ ਇਹ ਸੱਚ ਹੈ, ਜੇ ਗੁਰਬਾਣੀ ਜੁਗੋ ਜੁਗ ਅਟਲ ਹੈ, ਤਾਂ ਫਿਰ ਇਹ ਕਥਾ ਨੂੰ ਸਮਝ ਲੈਣਾ ਵੀ ਲੱਖਾਂ ਸਾਲ ਕੋਈ ਭਗਤੀ ਕਰੇ ਸਤਯੁਗ 'ਚ, 20,000 ਸਾਲ ਕਰੇ ਤ੍ਰੇਤੇ 'ਚ, 1,000 ਸਾਲ ਕਰੇ ਦੁਆਪਰ 'ਚ, ਤੇ ਕਲਯੁਗ ਦੇ ਵਿੱਚ ਇੱਕ ਚਿੱਤ ਜੇ ਇੱਕ ਛਿਣ ਧਿਆਇਓ। ਏਡੀ ਵੱਡੀ ਕਿਰਪਾ। ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਇੰਨੀ ਵਡਿਆਈ ਹੈ ਨਾਮ ਦੀ। ਹਾਂਜੀ, ਬਹੁਰ ਚਹਿਤ ਜੇ ਦੇਨ ਉਪਾਇਨ, ਰਤਨ ਜੜੇ ਕੰਚਨ ਕੇ ਆਇਨ। ਸਤਿਗੁਰੂ ਕਹਿਣ ਲੱਗੇ ਰਹੀ ਗੱਲ ਕਿ ਤੂੰ ਸਾਨੂੰ ਕੋਈ ਭੇਟਾ ਦੇਣਾ ਚਾਹੁੰਦਾ ਹੈ, ਹੀਰਿਆਂ ਮੋਤੀਆਂ ਵਾਲੀ, ਕੋ ਸੋਨੇ ਵਾਲੀ। ਹਾਂਜੀ, ਚਤੁਰਤ ਜਾਮਾ ਜਬ ਹਮ ਧਰ ਹੈ, ਮਾਇਆ ਸਿਹਤ ਲੈਨ ਤਬ ਕਰ ਹੈ। ਸਤਿਗੁਰੂ ਕਹਿਣ ਲੱਗੇ ਜਦੋਂ ਅਸੀਂ ਚੌਥੇ ਜਾਮੇ ਵਿੱਚ ਆਵਾਂਗੇ ਉਦੋਂ ਭਾਈ ਇਹ ਭੇਟਾ ਵੀ ਪ੍ਰਵਾਨ ਕਰ ਲਵਾਂਗੇ। ਹਾਂਜੀ, ਸੁਨ ਕਰ ਕਲ ਜੁਗ ਉਰ ਹਰ ਖਾਨਾ, ਪਰ ਬਦ ਬੰਧਨ ਬਚਨ ਬਖਾਨਾ। ਕਲਯੁਗ ਜਿਹੜਾ ਸੀ ਉਹ ਬੜਾ ਪ੍ਰਸੰਨ ਹੋਇਆ ਕਿ ਗੁਰੂ ਨੇ ਮੇਰੀ ਭੇਟਾ ਵੀ ਪ੍ਰਵਾਨ ਕਰ ਲਈ ਹੈ।
सच्चे पातशाह ਨੂੰ ਉਸਨੇ ਨਮਸਕਾਰ ਕੀਤੀ ਹੈ। ਹਾਂਜੀ, ਤੁਮ ਸੰਗਤ ਕੇ ਨਿਕਟ ਨ ਜੋਹੋ, ਆਣ ਜੀਵ ਦੰਬੀ ਦੁਖ ਦੈ ਹੋ। ਕਹਿਣ ਲੱਗਾ ਜੀ ਅੱਜ ਤੋਂ ਬਾਅਦ ਤੁਮ ਸੰਗਤ ਕੇ ਨਿਕਟ ਨਾ ਜੈ ਹੋ, ਤੁਹਾਡੀ ਸੰਗਤ ਦੇ ਨੇੜੇ ਨਹੀਂ ਜਾਵਾਂਗਾ। ਕੀ ਕਰਾਂਗਾ? ਆਣ ਜੀਵ ਦੰਭੀ ਦੁੱਖ ਦੇ ਹੋ, ਕਹਿੰਦਾ ਪਖੰਡੀਆਂ ਨੂੰ ਨਹੀਂ ਛੱਡਾਂਗਾ। ਅੱਜ ਵੀ ਤੁਸੀਂ ਵੇਖੋ ਜਿਹੜੇ ਨਹੀਂ ਨਾਮ ਜਪਦੇ ਉਹੀ ਦੁਖੀ ਨੇ। ਹੁਣ ਤੁਸੀਂ ਕਹੋਗੇ ਜੀ ਕਿਵੇਂ ਦੁਖੀ ਨੇ, ਉਹ ਤੇ ਕੋਠੀਆਂ ਕਾਰਾਂ 'ਚ ਰਹਿੰਦੇ ਨੇ, ਪਰ ਰਹਿੰਦੇ ਤੇ ਰੋਂਦੇ ਹੀ ਨੇ ਨਾ। ਤੇ ਨਾਮ ਜਪਣ ਵਾਲੇ ਚਰਖੜੀਆਂ ਤੇ ਵੀ ਚੜੇ ਨੇ, ਬੰਦ ਵੀ ਕਟਾਏ, ਖੋਪਰੀਆਂ ਵੀ ਲਵਾਈਆਂ, ਪਰ ਤੁਹਾਨੂੰ ਕਦੇ ਕੋਈ ਸਿੱਖ ਰੋਂਦਾ ਤੇ ਨਹੀਂ ਮਿਲਿਆ ਨਾ। ਆਪਾਂ ਰੋਨੇ ਆ, ਕੋਠੀਆਂ ਕਾਰਾਂ 'ਚੋਂ ਨਿਕਲ ਕੇ ਗੁਰਦੁਆਰੇ ਆ ਕੇ ਰੋਈ ਜਾਂਦੇ, ਪੁੱਛੋ ਵੀ ਕੀ ਹੋ ਗਿਆ। ਪਰ ਜਿਹੜੇ ਚਰਖੜੀਆਂ ਤੇ ਚੜੇ ਉਹ ਤੇ ਕਦੇ ਵੀ ਨਹੀਂ ਰੋਏ, ਕਿਉਂਕਿ ਉਹ ਨਾਮ ਜਪਦੇ ਸੀ, ਇਸ ਕਰਕੇ ਰੋਂਦੇ ਨਹੀਂ ਸੀ। ਆਪਾਂ ਨਹੀਂ ਜਪਦੇ, ਅਸੀਂ ਰੋਜ਼ ਹੀ ਰੋਈ ਜਾਂਦੇ ਹਾਂ। ਅਸੀਂ ਇਸ ਕਰਕੇ ਨਹੀਂ ਰੋਂਦੇ ਵੀ ਸਾਨੂੰ ਕਿਸੇ ਦਾ ਦੁੱਖ ਹੈ, ਅਸੀਂ ਇਸ ਕਰਕੇ ਨਹੀਂ ਰੋਂਦੇ ਵੀ ਸਾਨੂੰ ਕਿਸੇ ਤੇ ਤਰਸ ਆ ਰਿਹਾ। ਅਸੀਂ ਤੇ ਆਪਣੇ ਸੇੜੇ ਦੁੱਖਾਂ ਕਰਕੇ ਹੀ ਰੋਈ ਜਾਂਦੇ ਹਾਂ, ਜਾਂ ਸਾਡੀਆਂ ਤ੍ਰਿਸ਼ਨਾਵਾਂ ਰਵਾਈ ਜਾਂਦੀਆਂ ਨੇ। ਸਾਨੂੰ ਇਹ ਫਿਕਰ ਹੈ ਕਿ ਮੇਰੇ ਬੇਟਿਆਂ ਵਾਸਤੇ ਤਾਂ ਬਹੁਤ ਕੁਝ ਹੈ, ਤੇ ਜੇ ਮੈਂ ਮਰ ਗਿਆ ਤੇ ਮੇਰੇ ਪੋਤਰੇ ਕੀ ਖਾਣਗੇ। ਉਹ ਬੜਾ ਅਣਜੰਮਿਆਂ ਦਾ ਫਿਕਰ ਬਹੁਤ ਹੈ। ਜਿਹੜੇ ਅਜੇ ਨਿਆਣੇ ਜੰਮੇ ਹੀ ਨਹੀਂ ਨਾ, ਉਹਨਾਂ ਦੀ ਬੜੀ ਚਿੰਤਾ ਵੀ ਉਹਨਾਂ ਦਾ ਪਲਾਟ ਕਿਹੜਾ ਹੋਏਗਾ, ਭਲਾ ਉਹਨਾਂ ਦੀ ਕੋਠੀ ਕਿੱਥੇ ਬਣੇਗੀ, ਉਹ ਕਿਹੜੀ ਗੱਡੀ ਚਲਾਉਣਗੇ, ਉਹਦਾ ਬੜਾ ਫਿਕਰ ਹੈ। ਅਣਜੰਮਿਆਂ ਦੇ ਲਈ ਬੜੀ ਵੱਡੀ ਚਿੰਤਾ ਹੈ ਬੰਦੇ ਨੂੰ ਅੱਜ। ਆਪਣਾ ਫਿਕਰ ਨਹੀਂ, ਆਪਣੇ ਲਈ ਤਾਂ ਰੱਬ ਨੇ ਬਹੁਤ ਕੁਝ ਦੇ ਦਿੱਤਾ ਹੈ। ਜੇ ਆਪਣੇ ਤੱਕ ਗੱਲ ਸੀਮਤ ਹੁੰਦੀ ਤੇ ਇਹ ਤਾਂ ਨੱਕ ਰਗੜ ਕੇ ਮਰ ਜਾਂਦਾ ਵੀ ਦਾਤਾ ਮੈਂ ਤੇ ਇਸ ਲਾਇਕ ਹੀ ਨਹੀਂ ਸੀ ਜਿੰਨਾ ਤੂੰ ਮੈਨੂੰ ਦੇ ਦਿੱਤਾ। ਜਿੰਨਾ ਕੁਝ ਮੈਨੂੰ ਤੂੰ ਦਿੱਤਾ ਮੈਂ ਇਸ ਦੇ ਲਾਇਕ ਨਹੀਂ ਸਾਂ। ਪਰ ਜੇ ਅਜੇ ਵੀ ਹੋਰ ਮੰਗੀ ਜਾਣੇ ਤਾਂ ਆਪਣੇ ਜਾਂ ਆਪਣੇ ਬੱਚਿਆਂ ਲਈ ਨਹੀਂ। ਹੁਣ ਤੇ ਪੋਤਰਿਆਂ ਪੜੋਤੜਿਆਂ ਦੇ ਲਈ ਬਹੁਤ ਫਿਕਰ ਹੈ, ਬੜਾ ਫਿਕਰ ਵੱਡਾ ਹੈ ਵੀ ਤੀਜੀ ਚੌਥੀ ਪੀੜ੍ਹੀ ਕੀ ਖਾਏਗੀ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ੍ਹ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਅਗਰ ਆਪ ਜੀ ਨਾ ਵੀ ਆ ਸਕੋ ਤੇ ਆਪ ਜੀ ਟੀਵੀ ਤੇ ਬੈਠ ਕੇ ਫੇਸਬੁੱਕ ਦੇ ਰਾਹੀਂ, ਯੂਟਿਊਬ ਦੇ ਰਾਹੀਂ ਇਸੇ ਟਾਈਮ ਲਾਈਵ ਕਥਾ ਸੁਣ ਸਕਦੇ ਹੋ। ਫਿਰ ਵੀ ਨਾ ਸੁਣ ਸਕੋ ਤੇ ਜਿਸ ਵੇਲੇ ਮਰਜ਼ੀ ਇਹ ਸਾਈਟ ਖੋਲ੍ਹ ਕੇ ਇਹ ਕਥਾ 24 ਆਵਰ ਮੌਜੂਦ ਰਹਿੰਦੀ ਹੈ। ਪਿਛਲੀਆਂ ਵੀ ਸੁਣ ਸਕਦੇ ਹੋ ਤੁਸੀਂ। ਅੱਜ ਬੜੇ ਸੁੱਖ ਸਾਧਨ ਨੇ ਜੇ ਆਪਾਂ ਸੁਣਨਾ ਹੋਵੇ ਤਾਂ, ਜੇ ਸਾਡੀ ਇੱਛਾ ਹੋਵੇ ਤਾਂ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।